ਸੰਜੀਵ ਜੀ ਕਾਰਨ ਕੀ ਆ ਜੀ ਜਿਹੜਾ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਮਰਦਾਨਾ ਕਮਜ਼ੋਰੀ ਦੇ ਨਾਲ ਪੀੜਤ ਆ, ਇਹਦਾ ਕਾਰਨ ਕੀ ਆ? ਸਰ ਬਹੁਤ ਸਾਰੇ ਕਾਰਨ ਆ ਜੀ। ਇੱਕ ਤਾਂ ਨੌਜਵਾਨ ਜਿਹੜੇ ਹੈਗੇ ਉਹਨਾਂ ਦਾ ਖਾਣ ਪੀਣ ਬਿਲਕੁਲ ਗਲਤ ਹੋ ਚੁੱਕਾ ਹੈ। ਮੈਦੇ ਵਾਲੀਆਂ ਵੱਧ ਚੀਜ਼ਾਂ ਖਾਂਦੇ ਆ, ਜੰਕ ਫੂਡ ਖਾ ਰਹੇ ਆ, ਜਿਹੜੀ ਸ਼ੁੱਧ ਖੁਰਾਕ ਆ ਉਹ ਸਾਨੂੰ ਮਿਲ ਨਹੀਂ ਰਹੀ। ਉਹਦੇ ਨਾਲ ਹੱਥੀਂ ਕੰਮ ਕਰਨ ਦੀ ਜਿਹੜੀ ਪਿਰਤ ਸੀ ਸਾਡੀ ਉਹ ਖਤਮ ਹੋ ਚੁੱਕੀ ਆ। ਅਸੀਂ ਮਸ਼ੀਨੀ ਯੁੱਗ ਦੇ ਵਿੱਚ ਜੀ ਰਹੇ ਹਾਂ। ਉਹਦੇ ਨਾਲ ਸਾਡੇ ਸਰੀਰ ਦੀ ਐਕਸਰਸਾਈਜ਼ ਕਸਰਤ ਜਿਹੜੀ ਆ ਉਹ ਹੋਣੀ ਬੰਦ ਹੋ ਗਈ ਆ। ਅਤੇ ਕੁਛ ਗਲਤੀਆਂ ਵੀ ਹੁੰਦੀਆਂ ਹੈਗੀਆਂ ਆਪਣੀਆਂ ਘੱਟ ਉਮਰ ਦੇ ਵਿੱਚ, ਜਦੋਂ ਕੋਈ ਹਸਤ ਮੈਥਨ ਵਾਲੇ ਚੱਕਰ 'ਚ ਪੈ ਜਾਂਦਾ ਹੈਗਾ, ਜਾਂ ਹੋਰ ਅਸ਼ਲੀਲ ਸਾਹਿਤ ਪੜ੍ਹੀ ਜਾਣਾ, ਅਸ਼ਲੀਲ ਫਿਲਮਾਂ ਦੇਖੀ ਜਾਣੀਆਂ। ਇੱਦਾਂ ਦੇ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਕਾਰਨਾਂ ਦੇ ਕਰਕੇ ਅੱਜ ਦਾ ਨੌਜਵਾਨ ਆ ਜਿਹੜਾ ਉਹ ਪੀੜਤ ਹੋ ਰਿਹਾ। ਕੁਛ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਧਾਂਤ ਪੈਣੀ ਸ਼ੁਰੂ ਹੋ ਜਾਂਦੀ ਆ, ਪਿਸ਼ਾਬ ਦੇ ਨਾਲ ਵੀਰਜ ਗਿਰਨਾ ਸ਼ੁਰੂ ਹੋ ਜਾਂਦਾ ਉਹਨਾਂ ਦਾ। ਜਾਂ ਜਿਹੜੇ ਲੋਕਾਂ ਨੂੰ ਕਬਜ਼ ਹੈਗੀ ਆ ਉਹ ਜਦੋਂ ਸਟੂਲ ਪਾਸ ਕਰਦੇ ਆ, ਲੈਟਰਨ ਜਾਂਦੇ ਹੈਗੇ ਆ, ਉਹਨਾਂ ਨੂੰ ਸਟੂਲ ਪਾਸ ਕਰਨ ਦੇ ਲਈ ਜ਼ੋਰ ਲਾਉਣਾ ਪੈਂਦਾ ਹੈ। ਉਹ ਜਦੋਂ ਜ਼ੋਰ ਲਾਉਂਦੇ ਆ ਤਾਂ ਫਿਰ ਵੀਰਜ ਜਿਹੜਾ ਹੈਗਾ ਆ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜਾਂ ਰਾਤ ਨੂੰ ਸੁੱਤਿਆਂ ਪਿਆ ਨੂੰ ਕੋਈ ਸੁਪਨਾ ਦੇਖਿਆ ਅਤੇ ਉਹ ਸੁਪਨ ਦੋਸ਼ ਜਿਹਨੂੰ ਆਪਾਂ ਕਹਿੰਦੇ ਨਾਈਟ ਫਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਮਰਦਾਨਾ ਕਮਜ਼ੋਰੀ 'ਚ ਆਉਂਦਾ ਹੈਗਾ ਆ। ਸ਼ੀਘਰ ਪਤਨ ਹੋਣਾ, ਅਸੀਂ ਆਪਣੇ ਪਾਰਟਨਰ ਦੇ ਕੋਲ ਜਾਂਦੇ ਹੈਗੇ ਹਾਂ ਅਤੇ ਬਹੁਤ ਜਲਦੀ ਜਿਹੜਾ ਵੀਰਜ ਆ ਉਹ ਗਿਰ ਜਾਂਦਾ ਹੈਗਾ ਅਤੇ ਇੱਕਦਮ ਬੰਦਾ ਜਿਹੜਾ ਹੈਗਾ ਆ ਉਹਦਾ ਪਤਨ ਹੋ ਜਾਂਦਾ ਹੈ। ਔਰ ਸ਼ੀਘਰ ਪਤਨ ਵੀ ਹੋ ਜਾਂਦਾ ਹੈ ਅਤੇ ਦੁਬਾਰਾ ਉਹਦੇ ਵਿੱਚ ਫੀਲਿੰਗ ਵੀ ਨਹੀਂ ਆਉਂਦੀ ਹੈ, ਦੁਬਾਰਾ ਉਤੇਜਨਾ ਵੀ ਨਹੀਂ ਆਉਂਦੀ ਹੈ। ਇਹ ਵੀ ਮਰਦਾਨਾ ਕਮਜ਼ੋਰੀ ਦਾ ਹੀ ਹਿੱਸਾ ਹੈਗਾ। ਇਹਨੂੰ ਆਪਾਂ ਨਾਮਰਦੀ ਦੇ ਵਿੱਚ ਗਿਣਨਾ ਸ਼ੁਰੂ ਕਰ ਦਿੰਦੇ ਹਾਂ, ਨਪੁੰਸਕਤਾ ਦੇ ਵਿੱਚ ਗਿਣਨਾ ਸ਼ੁਰੂ ਕਰ ਦਿੰਦੇ ਹਾਂ। ਨਸਾਂ ਦਾ ਢਿੱਲਾਪਨ ਹੋਣਾ, ਲਿੰਗ ਦੇ ਵਿੱਚ ਪ੍ਰੋਪਰ ਤਣਾਅ ਨਹੀਂ ਆ ਪਾਉਂਦਾ ਹੈ। ਕਈ ਵਿਅਕਤੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿਆਹ ਨੂੰ 2-2 3-3 4-4 ਸਾਲ ਹੋ ਜਾਂਦੇ ਆ ਪਰ ਬੱਚਾ ਨਹੀਂ ਪੈਦਾ ਹੁੰਦਾ, ਜਾਂ ਸ਼ੁਕਰਾਣੂ ਘੱਟ ਬਣਦੇ ਆ, ਜਾਂ ਬਹੁਤ ਜ਼ਿਆਦਾ ਮਤਲਬ ਨਾ ਮਾਤਰ ਦੇ ਬਰਾਬਰ ਹੁੰਦੇ ਆ। ਉਸ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਜਿਹੜੇ ਸ਼ੁਕਰਾਣੂ ਹੁੰਦੇ ਆ ਇਹ ਜ਼ਰੂਰੀ ਆ ਬੱਚਾ ਪੈਦਾ ਕਰਨ ਦੇ ਲਈ, ਹੈ ਨਾ। ਜੇ ਕਿਸੇ ਬੰਦੇ ਦੇ 'ਚ ਸ਼ੁਕਰਾਣੂਆਂ ਦੀ ਕਮੀ ਆ, ਸ਼ੁਕਰਾਣੂਆਂ ਦੀ ਘਾਟ ਆ, ਜਾਂ ਉਹ ਬੰਦਾ ਜਿਹੜਾ ਹੈਗਾ ਉਹਦੇ ਨਿਲ ਸ਼ੁਕਰਾਣੂ ਐਜ਼ੋਸਪਰਮੀਆ ਹੈਗਾ ਆ, ਉੱਥੇ ਫਿਰ ਪ੍ਰੋਬਲਮ ਆਉਂਦੀ ਆ ਸਰ, ਜਦੋਂ ਪ੍ਰੈਗਨੈਂਸੀ ਕਨਸੀਵ ਨਹੀਂ ਕਰ ਪਾਉਂਦੇ। ਦੇਖੋ, ਇਹ ਜਿਹੜੀ ਨਾਮਰਦੀ ਹੈਗੀ ਆ ਔਰ ਨਿਲ ਸ਼ੁਕਰਾਣੂ ਆ, ਇਹ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ ਆ। ਕਈ ਵਾਰੀ ਬੰਦਾ ਉੱਦਾਂ ਫਿਜ਼ੀਕਲ ਤੌਰ ਦੇ ਉੱਤੇ ਬੜਾ ਫਿੱਟ ਹੁੰਦਾ ਆ ਔਰ ਉਹ ਬੰਦਾ ਜਦੋਂ ਆਪਣੇ ਪਾਰਟਨਰ ਦੇ ਕੋਲ ਜਾਂਦਾ, ਸੰਭੋਗਿਕ ਕਿਰਿਆ ਦੇ ਵਿੱਚ ਜਾਂਦਾ, ਗ੍ਰਸਥ ਜੀਵਨ ਵਿੱਚ ਜਾਂਦਾ ਆ, ਉਹ ਆਪਣੇ ਵਿਆਹੁਤਾ ਜੀਵਨ ਦਾ ਉਹਦਾ ਆਨੰਦ ਮਾਣ ਰਹੇ ਹੁੰਦੇ ਆ। ਲੇਕਿਨ ਬੱਚਾ ਪੈਦਾ ਕਰਨ ਦੇ ਲਈ ਜਿਹੜੀ ਚੀਜ਼ ਚਾਹੀਦੀ ਆ, ਜਿਹਨੂੰ ਆਪਾਂ ਸ਼ੁਕਰਾਣੂ ਕਹਿੰਦੇ, ਸਪਰਮ ਕਹਿੰਦੇ ਆ, ਉਹ ਸਪਰਮ ਆ ਜਿਹੜੇ ਉਹਨਾਂ ਦੀ ਘਾਟ ਹੁੰਦੀ ਹੈਗੀ ਆ, ਹੈ ਨਾ। ਇਹ ਨਿਲ ਸ਼ੁਕਰਾਣੂ ਦੇ ਵਿੱਚ ਆਪਾਂ ਗਿਣ ਲੈਂਦੇ ਇਹਨਾਂ ਨੂੰ। ਅਗਲਾ ਜਿਹੜਾ ਲੱਛਣ ਹੁੰਦਾ ਹੈਗਾ ਕਿਸੇ ਵੀ ਜਿਸ ਬੰਦੇ ਨੂੰ ਮਰਦਾਨਾ ਕਮਜ਼ੋਰੀ ਹੋ ਸਕਦੀ ਹੈ, ਉਹ ਹੁੰਦਾ ਹੈਗਾ ਜੀ ਲਿੰਗ ਦੇ ਵਿੱਚ ਟੇਢਾਪਨ ਆ ਜਾਣਾ, ਹੈ ਨਾ। ਉਹ ਨਸਾਂ ਜਿਹੜੀਆਂ ਹੈਗੀਆਂ ਆ ਉਹ ਉਹਦੇ ਵਿੱਚ ਢਿੱਲਾਪਨ ਆ ਜਾਂਦਾ ਹੈ ਅਤੇ ਉਹਦੇ ਨਾਲ ਜਿਹੜਾ ਲਿੰਗ ਹੈਗਾ ਆ, ਇੰਦਰੀ ਹੈਗੀ ਆ, ਉਹਦੇ ਵਿੱਚ ਟੇਢਾਪਨ ਆ ਜਾਂਦਾ ਹੈ। ਜਿਨ੍ਹਾਂ ਦੇ ਵੀ ਲਿੰਗ ਦੇ ਵਿੱਚ ਟੇਢਾਪਨ ਆਉਣਾ ਸ਼ੁਰੂ ਹੋ ਗਿਆ, ਭਵਿੱਖ ਦੇ ਵਿੱਚ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਹੋਣ ਦੇ ਚਾਂਸ ਜਿਹੜੇ ਹੈਗੇ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ। ਲੋਕ ਜਿਹਨੇ ਜਦੋਂ ਸੰਭੋਗਿਕ ਕਿਰਿਆ ਦੇ ਵਿੱਚ ਜਾਂਦੇ ਹੈਗੇ ਆ, ਜਿਨ੍ਹਾਂ ਨੂੰ ਲਿੰਗ ਦੇ ਵਿੱਚ ਜਾਂ ਅੰਡਕੋਸ਼ ਦੇ ਵਿੱਚ ਗੋਲੀਆਂ ਦੇ ਵਿੱਚ ਦਰਦ ਹੁੰਦੀ ਹੈਗੀ ਆ ਸੰਭੋਗਿਕ ਕਿਰਿਆ ਦੇ ਦੌਰਾਨ, ਉਹਨਾਂ ਨੂੰ ਵੀ ਜਿਹੜੀ ਮਰਦਾਨਾ ਕਮਜ਼ੋਰੀ ਆ ਉਹ ਜ਼ਰੂਰ ਹੋ ਜਾਣੀ ਆ ਜੀ, ਹੈ ਨਾ। ਇਹ ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਪਤਾ ਵੀ ਇੱਕ ਫਿਊਚਰ ਦੇ ਵਿੱਚ ਆ ਪ੍ਰੋਬਲਮ ਆਉਣੀ ਹੀ ਆਉਣੀ ਆ। ਸਟੀਰੋਇਡ ਜਿਹੜੇ ਹੈਗੇ ਉਹ ਦੇ ਦਿੱਤੇ ਜਾਂਦੇ ਆ, ਜਾਂ ਆਰਟੀਫਿਸ਼ੀਅਲ ਪ੍ਰੋਟੀਨ ਜਿਹੜਾ ਹੈਗਾ ਆ ਉਹ ਬੰਦੇ ਨੂੰ ਦੇਣਾ ਸ਼ੁਰੂ ਕਰ ਦਿੰਦੇ ਆ। ਉਹਦੇ ਨਾਲ ਕੀ ਹੈਗਾ, ਸਰੀਰ ਬਿਲਕੁਲ ਗਠੀਲਾ ਹੋ ਜਾਂਦਾ, ਵਜ਼ਨ ਬਹੁਤ ਚੁੱਕ ਲੈਂਦੇ ਹੈਗੇ ਆ, ਹੈ ਨਾ। ਬੜੀ ਖੁਸ਼ੀ ਦੇ ਨਾਲ ਦੱਸਦੇ ਆ ਵੀ ਬੈਂਚ ਪ੍ਰੈਸ ਇੰਨੇ ਕਿਲੋ ਦੀ ਮੈਂ ਮਾਰ ਲੈਂਦਾ, ਜਾਂ ਚੀਜ਼ ਹੋ ਜਾਂਦੀ ਆ। ਸਰੀਰ ਰਿਸ਼ਟ ਪੁਸ਼ਟ ਆ, ਲੇਕਿਨ ਸੈਕਸ ਦੇ ਪੱਖੋਂ ਬੰਦਾ ਜਿਹੜਾ ਹੈਗਾ ਹੌਲੀ ਹੌਲੀ ਕਮਜ਼ੋਰ ਹੁੰਦਾ ਜਾਂਦਾ। ਸੋਇਆ ਚਾਂਪ, ਸੋਇਆ ਇਹ, ਸੋਇਆ ਉਹ ਸਾਰਾ ਉਹ ਇਨਟੇਕ ਕਰ ਰਿਹਾ। ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਇਹ ਵੀ ਆ ਸਾਡੇ ਜਿਹੜੇ ਮਰਦਾਨਗੀ ਦੇ ਹਾਰਮੋਨਸ ਨਿਲ ਹੋਣ ਦਾ ਜਾਂ ਘੱਟ ਹੋਣ ਦਾ। ਕਿਉਂਕਿ ਜਿਹੜਾ ਸੋਇਆ ਹੈਗਾ, ਸੋਇਆਬੀਨ ਆ ਜਿਹੜੀ, ਉਹ ਬਣੀ ਨਹੀਂ ਹੈ ਇਨਸਾਨ ਦੇ ਲਈ, ਉਹ ਚੀਜ਼ ਹੀ ਨਹੀਂ ਹੈ, ਲੇਕਿਨ ਖਾ ਰਹੇ ਆ। ਉਹ ਸੋਇਆਬੀਨ ਨੂੰ ਪਚਾਉਣ ਵਾਲਾ ਐਂਜ਼ਾਈਮ ਹੀ ਹੈ ਨਹੀਂ ਇਨਸਾਨ ਦੇ ਵਿੱਚ। ਉਹ ਸਿਰਫ ਇੱਕ ਜਾਨਵਰ ਦੇ ਵਿੱਚ ਹੈ, ਉਹ ਸੂਰ ਆ ਜਿਹੜਾ ਉਹਨੂੰ ਪਚਾ ਸਕਦਾ ਹੈ, ਲੇਕਿਨ ਉਹ ਖਾ ਰਹੇ ਆ, ਮਰਦ ਖਾ ਰਹੇ ਆ। ਔਰ ਉਹਦੇ ਵਿੱਚ ਜਿਹੜਾ ਲੇਡੀਜ਼ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਹਾਰਮੋਨ ਹੈ ਜਿਹਨੂੰ ਆਪਾਂ ਇਰੈਸਟਰੋਜਨ ਕਹਿੰਦੇ ਹੈਗੇ।
ਜਿਹੜਾ ਇਰੈਸਟ੍ਰੋਜਨ ਹੈ ਉਹਦੀ ਮਾਤਰਾ ਸੋਇਆਬੀਨ ਦੇ ਵਿੱਚ ਜ਼ਿਆਦਾ ਹੁੰਦੀ ਹੈ। ਔਰ ਜਦੋਂ ਮਰਦਾਂ ਨੇ ਖਾਣਾ ਸਰ ਤੇ ਮਰਦਾਂ ਦੇ ਵਿੱਚ ਫੀਮੇਲ ਹਾਰਮੋਨ ਜਿਹੜਾ ਉਹ ਵੱਧ ਜਾਂਦਾ ਹੈ। ਜਦੋਂ ਉਹ ਵਧਣਾ ਤਾਂ ਜਿਹੜਾ ਮੇਲ ਹਾਰਮੋਨ ਹੈ ਜਿਹਨੂੰ ਆਪਾਂ ਟੈਸਟੋਸਟੇਰੋਨ ਕਹਿੰਦੇ ਹੈਗੇ ਆ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਜਿਵੇਂ ਜਿਵੇਂ ਉਹ ਡਾਊਨ ਹੁੰਦਾ, ਜਿਵੇਂ ਜਿਵੇਂ ਉਹਦਾ ਲੈਵਲ ਘਟਣਾ ਸ਼ੁਰੂ ਹੁੰਦਾ ਆ, ਉਹ ਫਿਰ ਬੰਦਾ ਜਿਹੜਾ ਹੈਗਾ ਆ ਉਹ ਨਪੁੰਸਕਤਾ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੋ ਜਾਂਦਾ ਹੈ। ਬਲਵਰਧਕ ਪਾਊਡਰ ਜਿਹੜਾ ਹੈਗਾ ਆ ਇਹ ਆਉਂਦਾ ਹੈਗਾ ਆ, ਕੈਪਸੂਲ ਵੀ ਤਿਆਰ ਕੀਤੇ ਹੈਗੇ ਆ ਅਸੀਂ। ਇਹ ਪਾਊਡਰ ਹੈਗਾ ਆ ਕਿਉਂਕਿ ਜਿਹੜੀ ਕਮਜ਼ੋਰੀ ਹੁੰਦੀ ਹੈ ਨਾ, ਹਰ ਬੰਦੇ ਦੀ ਆਪਣੀ ਵੱਖਰੀ ਕਮਜ਼ੋਰੀ ਆ। ਕਿਸੇ ਨੂੰ ਜ਼ਿਆਦਾ ਆ, ਕਿਸੇ ਨੂੰ ਬਹੁਤ ਘੱਟ ਆ, ਕੋਈ ਵਿਚਾਲੇ ਜਿਹੇ ਬੈਠਾ, ਕੋਈ ਐਦਾਂ ਦਾ ਬੰਦਾ ਹੈਗਾ ਜਿਹੜਾ ਇੰਜੋਏ ਕਰਨਾ ਚਾਹੁੰਦਾ, ਉਹਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਪਾਵਰ ਚਾਹੀਦੀ ਆ। ਅਤੇ ਅਸੀਂ ਉਹਦੇ ਮੁਤਾਬਕ ਇਹ ਪਾਊਡਰ ਜਿਹੜਾ ਹੈਗਾ ਹੈ ਤਿਆਰ ਕੀਤਾ ਜੀ। ਇਹਦੇ ਨਾਲ ਅਸੀਂ ਜਿਹੜੀ ਡੋਜ਼ ਆ ਇਹਨੂੰ ਘੱਟ ਵੱਧ ਕਰ ਸਕਦੇ ਹਾਂ, ਹੈ ਨਾ। ਪਹਿਲਾਂ ਅਸੀਂ ਇੱਕ ਕੈਪਸੂਲ ਦੇ ਰੂਪ ਵਿੱਚ ਵੀ ਇਹ ਦਵਾਈ ਤਿਆਰ ਕੀਤੀ ਹੈਗੀ ਆ, ਲੇਕਿਨ ਇਹਦੇ ਨਾਲ ਕੀ ਹੁੰਦਾ ਵੀ ਡੋਜ਼, ਕਿਸੇ ਨੂੰ ਘੱਟ ਡੋਜ਼ ਦੀ ਜ਼ਰੂਰਤ ਹੈ ਉਹਦੀ ਡੋਜ਼ ਘਟਾ ਦਈਏ, ਜਿਹਨੂੰ ਜ਼ਿਆਦਾ ਜ਼ਰੂਰਤ ਹੈਗੀ ਆ, ਜ਼ਿਆਦਾ ਵੀਕਨੈਸ ਆ, ਉਹਦੀ ਆਪਾਂ ਡੋਜ਼ ਵਧਾ ਸਕਦੇ ਹਾਂ। ਇਹਦੇ ਨਾਲ ਸਰ ਇਹ ਕੈਪਸੂਲ ਜਿਹੜੇ ਹੈਗੇ ਆ ਅਸੀਂ ਦਿੰਦੇ ਹੈਗੇ ਆ। ਇਹ ਪ੍ਰੋਬਲਮ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਜੀ ਇਹ ਕੈਪਸੂਲ ਦਿੱਤੇ ਜਾਂਦੇ ਆ। ਔਰ ਇਹ ਕੈਪਸੂਲ ਜਿਹੜੇ ਆ ਇਹ ਸਾਡੀਆਂ ਨਸਾਂ ਦਾ ਢਿੱਲਾਪਨ ਵੀ ਦੂਰ ਕਰਦੇ ਆ, ਸਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਇਹਨੇ ਬਿਲਕੁਲ ਸਾਡੇ ਸਰੀਰ ਦੇ ਵਿੱਚ ਉਹਨੂੰ ਨੋਰਮਲ ਕਰ ਦੇਣਾ ਹੈਗਾ ਆ। ਅਤੇ ਇਹਨੇ ਸਾਨੂੰ ਅੰਦਰੂਨੀ ਤੌਰ 'ਤੇ ਤਾਕਤ ਵੀ ਦੇਣੀ ਹੈ, ਕਿਉਂਕਿ ਜੇ ਆਪਾਂ ਅੰਦਰੂਨੀ ਤੌਰ 'ਤੇ ਤਾਕਤਵਰ ਹੋਵਾਂਗੇ ਤਾਂ ਹੀ ਆਪਾਂ ਵਿਆਹੁਤਾ ਜੀਵਨ ਦਾ ਆਨੰਦ ਜਿਹੜਾ ਹੈਗਾ ਆ ਉਹ ਮਾਣ ਸਕਦੇ ਹਾਂ ਸਰ। ਇਸ ਤੋਂ ਇਲਾਵਾ ਇਹ ਜਿਹੜੀ ਦੁੱਧ 'ਚ ਪਾ ਕੇ ਪੀਣ ਨੂੰ ਦਵਾਈ ਦਿੰਦੇ ਹੈਗੇ ਆ, ਜਿਹਨੇ ਸਾਡੀ ਉਤੇਜਨਾ ਵੀ ਵਧਾਉਣੀ ਹੁੰਦੀ ਆ। ਔਰ ਨਸਾਂ ਦੇ ਢਿੱਲੇਪਨ ਦੇ ਲਈ ਇਹ ਜਿਹੜਾ ਹੈਗਾ ਆ ਇਹ ਮਲ ਤੇਲ ਜਿਹੜਾ ਤਿਆਰ ਕੀਤਾ ਹੋਇਆ ਅਸੀਂ। ਉਹ ਲੋਕ ਜਿਨ੍ਹਾਂ ਦੇ ਵਿਆਹ ਨੂੰ 8-8 10-10 ਸਾਲ ਹੋ ਗਏ ਔਰ ਸਪਰਮ ਘੱਟ ਹੋਣ ਦੇ ਕਾਰਨ ਜਾਂ ਨਿਲ ਹੋਣ ਦੇ ਕਾਰਨ ਉਹਨਾਂ ਦੇ ਘਰ ਵਿੱਚ ਅਜੇ ਤੱਕ ਬੱਚੇ ਦੀ ਕਿਲਕਾਰੀ ਨਹੀਂ ਗੂੰਜੀ ਹੈ। ਕੁਦਰਤ ਨੇ ਅਗਰ ਕਿਰਪਾ ਕੀਤੀ ਇਸ ਦਵਾਈ ਦੇ ਨਾਲ, ਉਸ ਬੰਦੇ ਦੀ ਆਪਾਂ ਖੁਰਾਕ ਜਦੋਂ ਚੇਂਜ ਕਰਨੀ, ਉਹਦੀ ਦਿਨਚਰਿਆ ਚੇਂਜ ਕਰਦੇ ਹਾਂ ਤਾਂ ਸਪਰਮ ਵੱਧ ਕੇ ਉਹਨਾਂ ਨੂੰ ਇਸ ਲੈਵਲ ਤੱਕ ਲੈ ਜਾਵਾਂਗੇ ਕਿ ਉਹ ਘਰ ਦੇ ਵਿੱਚ ਬੱਚਾ ਜਿਹੜਾ ਹੈਗਾ ਹੈ ਉਹਨਾਂ ਦੇ ਜਨਮ ਲੈ ਸਕਦਾ ਹੈ। ਧੀ ਪੁੱਤ ਉਹਦੀ ਜਿਹੜੀ ਕਿਲਕਾਰੀ ਆ ਉਹ ਵਿਹੜੇ ਦੇ ਵਿੱਚ ਗੂੰਜ ਸਕਦੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਪੰਜਾਬ ਅਬ ਤੱਕ। ਸੋ ਦੋਸਤੋ, ਜੇਕਰ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਮਰਦਾਨਾ ਕਮਜ਼ੋਰੀ ਦੇ ਨਾਲ ਪੀੜਤ ਆ। ਸੋ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵੈਦ ਸੰਜੀਵ ਜੀ ਮੌਜੂਦ ਨੇ। ਸੋ ਗੱਲਬਾਤ ਕਰਦੇ ਆ ਕਿ ਆਖਰ ਕਿਉਂ ਨੌਜਵਾਨ ਜਿਹੜੇ ਆ ਉਹ ਮਰਦਾਨਾ ਕਮਜ਼ੋਰੀ ਦੇ ਨਾਲ ਪੀੜਤ ਆ। ਸੋ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਵੈਦ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਅਬ ਤੱਕ ਤੇ। ਬਹੁਤ ਧੰਨਵਾਦ ਜੀ, ਥੈਂਕ ਯੂ। ਸੰਜੀਵ ਜੀ, ਕਾਰਨ ਕੀ ਆ ਜੀ ਜਿਹੜਾ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਮਰਦਾਨਾ ਕਮਜ਼ੋਰੀ ਦੇ ਨਾਲ ਪੀੜਤ ਆ? ਇਹਦਾ ਕਾਰਨ ਕੀ ਆ? ਸਰ ਬਹੁਤ ਸਾਰੇ ਕਾਰਨ ਆ ਜੀ। ਇੱਕ ਤਾਂ ਨੌਜਵਾਨ ਜਿਹੜੇ ਹੈਗੇ ਉਹਨਾਂ ਦਾ ਖਾਣ ਪੀਣ ਬਿਲਕੁਲ ਗਲਤ ਹੋ ਚੁੱਕਾ ਹੈ। ਮੈਦੇ ਵਾਲੀਆਂ ਵੱਧ ਚੀਜ਼ਾਂ ਖਾਂਦੇ ਆ, ਜੰਕ ਫੂਡ ਖਾ ਰਹੇ ਆ। ਜਿਹੜੀ ਸ਼ੁੱਧ ਖੁਰਾਕ ਆ ਉਹ ਸਾਨੂੰ ਮਿਲ ਨਹੀਂ ਰਹੀ। ਉਹਦੇ ਨਾਲ ਹੱਥੀਂ ਕੰਮ ਕਰਨ ਦੀ ਜਿਹੜੀ ਪਿਰਤ ਸੀ ਸਾਡੀ ਉਹ ਖਤਮ ਹੋ ਚੁੱਕੀ ਆ। ਅਸੀਂ ਮਸ਼ੀਨੀ ਯੁੱਗ ਦੇ ਵਿੱਚ ਜੀ ਰਹੇ ਹਾਂ। ਉਹਦੇ ਨਾਲ ਸਾਡੇ ਸਰੀਰ ਦੀ ਐਕਸਰਸਾਈਜ਼, ਕਸਰਤ ਜਿਹੜੀ ਆ ਉਹ ਹੋਣੀ ਬੰਦ ਹੋ ਗਈ ਆ। ਖਾਣ ਪੀਣ ਜਿਹੜਾ ਹੈਗਾ ਜੀ ਉਹਦੇ ਵਿੱਚ ਜਿੱਦਾਂ ਆਪਾਂ ਜੰਕ ਫੂਡ ਦੀ ਗੱਲ ਕੀਤੀ ਆ, ਮੈਦਾ ਲਗਾਤਾਰ ਖਾ ਰਹੇ ਆ। ਮੈਦੇ ਦੇ ਵਿੱਚ ਅਜੀਨੋਮੋਟੋ ਨਾਂ ਦੀ ਚੀਜ਼ ਆ ਰਹੀ ਆ ਜਿਹੜੀ ਲਗਾਤਾਰ ਬੰਦੇ ਨੂੰ ਅੰਦਰੂਨੀ ਤੌਰ 'ਤੇ ਕਮਜ਼ੋਰ ਕਰ ਰਹੀ ਆ, ਖੋਖਲਾ ਕਰ ਰਹੀ ਆ। ਇਹ ਕਾਰਨ ਆ ਗਿਆ। ਉਸ ਤੋਂ ਇਲਾਵਾ ਸਰ ਰਹਿਣ ਸਹਿਣ ਸਾਡਾ ਹੋ ਗਿਆ ਜਾਂ ਦਿਨਚਰਿਆ ਇੱਦਾਂ ਦੀ ਹੈਗੀ ਆ ਵੀ ਜਿਹਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੈ। ਉਹਦੇ ਨਾਲ ਮਰਦਾਨਾ ਕਮਜ਼ੋਰੀ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਅਤੇ ਕੁਛ ਗਲਤੀਆਂ ਵੀ ਹੁੰਦੀਆਂ ਹੈਗੀਆਂ ਆਪਣੀਆਂ ਘੱਟ ਉਮਰ ਦੇ ਵਿੱਚ, ਜਦੋਂ ਕੋਈ ਹਸਤ ਮੈਥਨ ਵਾਲੇ ਚੱਕਰ 'ਚ ਪੈ ਜਾਂਦਾ ਹੈਗਾ ਜਾਂ ਹੋਰ ਅਸ਼ਲੀਲ ਸਾਹਿਤ ਪੜ੍ਹੀ ਜਾਣਾ, ਅਸ਼ਲੀਲ ਫਿਲਮਾਂ ਦੇਖੀ ਜਾਣੀਆਂ। ਇੱਦਾਂ ਦੇ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਕਾਰਨਾਂ ਦੇ ਕਰਕੇ ਅੱਜ ਦਾ ਨੌਜਵਾਨ ਆ ਜਿਹੜਾ ਉਹ ਪੀੜਤ ਹੋ ਰਿਹਾ। ਇਸ ਤੋਂ ਇਲਾਵਾ ਕੁਛ ਵੱਧ ਉਮਰ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਉਮਰ ਦੇ ਲਿਹਾਜ਼ ਦੇ ਨਾਲ ਵੀ ਇਹ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ। ਸੈਕੰਡਲੀ, ਅਗਰ ਕੋਈ ਪ੍ਰੋਬਲਮ ਆ, ਕੋਈ ਬਿਮਾਰੀ ਆ ਜਿੱਦਾਂ ਸ਼ੂਗਰ ਹੋ ਗਈ ਹੈ ਨਾ, ਸ਼ੂਗਰ ਜਦੋਂ ਕਿਸੇ ਨੂੰ ਹੋ ਜਾਂਦੀ ਆ ਉਹਦੇ ਨਾਲ ਵੀ ਜਿਹੜੀ ਸੈਕਸੁਅਲ ਵੀਕਨੈਸ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਸਰ, ਜੇਕਰ ਗੱਲ ਕੀਤੀ ਜਾਵੇ ਮਰਦਾਨਾ ਕਮਜ਼ੋਰੀ ਦੀ ਤਾਂ ਹੁੰਦੀ ਕਿੰਨੇ ਪ੍ਰਕਾਰ ਦੀ ਆ? ਕਿ ਕਿਸ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਕਿਸ ਪ੍ਰਕਾਰ ਦੀ ਹੁੰਦੀ ਹੈ ਜੀ? ਦੇਖੋ, ਮਰਦਾਨਾ ਕਮਜ਼ੋਰੀ ਦੇ ਵਿੱਚ ਕਈ ਚੀਜ਼ਾਂ ਆਪਾਂ ਦੇਖਦੇ ਹੈਗੇ ਆ, ਹੈ ਨਾ। ਇਹਨੂੰ
ਨੰਬਰ 1 ਜੇ ਆਪਾਂ ਦੇਖਿਆ ਜਾਵੇ ਤਾਂ ਕੁਝ ਲੋਕ ਐਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਧਾਂਤ ਪੈਣੀ ਸ਼ੁਰੂ ਹੋ ਜਾਂਦੀ ਆ, ਪਿਸ਼ਾਬ ਦੇ ਨਾਲ ਵੀਰਜ ਗਿਰਨਾ ਸ਼ੁਰੂ ਹੋ ਜਾਂਦਾ ਉਹਨਾਂ ਦਾ, ਜਾਂ ਜਿਹੜੇ ਲੋਕਾਂ ਨੂੰ ਕਬਜ਼ ਹੈਗੀ ਆ ਉਹ ਜਦੋਂ ਸਟੂਲ ਪਾਸ ਕਰਦੇ ਆ, ਲੈਟਰਨ ਜਾਂਦੇ ਹੈਗੇ ਆ, ਉਹਨਾਂ ਨੂੰ ਸਟੂਲ ਪਾਸ ਕਰਨ ਦੇ ਲਈ ਜ਼ੋਰ ਲਾਉਣਾ ਪੈਂਦਾ ਹੈ। ਉਹ ਜਦੋਂ ਜ਼ੋਰ ਲਾਉਂਦੇ ਆ ਤਾਂ ਫਿਰ ਵੀਰਜ ਜਿਹੜਾ ਹੈਗਾ ਆ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜਾਂ ਰਾਤ ਨੂੰ ਸੁੱਤਿਆਂ ਪਿਆ ਨੂੰ ਕੋਈ ਸੁਪਨਾ ਦੇਖਿਆ ਤੇ ਉਹ ਸੁਪਨ ਦੋਸ਼ ਜਿਹਨੂੰ ਆਪਾਂ ਕਹਿੰਦੇ ਨਾਈਟ ਫਾਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮਰਦਾਨਾ ਕਮਜ਼ੋਰੀ 'ਚ ਆਉਂਦਾ ਹੈਗਾ ਆ, ਸ਼ੀਘਰ ਪਤਨ ਹੋਣਾ। ਅਸੀਂ ਆਪਣੇ ਪਾਰਟਨਰ ਦੇ ਕੋਲ ਜਾਂਦੇ ਹੈਗੇ ਆ ਤੇ ਬਹੁਤ ਜਲਦੀ ਜਿਹੜਾ ਵੀਰਜ ਆ ਉਹ ਗਿਰ ਜਾਂਦਾ ਹੈਗਾ ਤੇ ਇੱਕਦਮ ਬੰਦਾ ਜਿਹੜਾ ਹੈਗਾ ਆ ਉਹਦਾ ਪਤਨ ਹੋ ਜਾਂਦਾ ਹੈ, ਔਰ ਸ਼ੀਘਰ ਪਤਨ ਵੀ ਹੋ ਜਾਂਦਾ ਹੈ ਤੇ ਦੁਬਾਰਾ ਉਹਦੇ ਵਿੱਚ ਫੀਲਿੰਗ ਵੀ ਨਹੀਂ ਆਉਂਦੀ ਹੈ, ਦੁਬਾਰਾ ਉਤੇਜਨਾ ਵੀ ਨਹੀਂ ਆਉਂਦੀ ਹੈ। ਇਹ ਵੀ ਮਰਦਾਨਾ ਕਮਜ਼ੋਰੀ ਦਾ ਹੀ ਹਿੱਸਾ ਹੈਗਾ। ਇਹਨੂੰ ਆਪਾਂ ਨਾਮਰਦੀ ਦੇ ਵਿੱਚ ਗਿਣਨਾ ਸ਼ੁਰੂ ਕਰ ਦਿੰਦੇ ਹਾਂ, ਨਪੁੰਸਕਤਾ ਦੇ ਵਿੱਚ ਗਿਣਨਾ ਸ਼ੁਰੂ ਕਰ ਦਿੰਦੇ ਹਾਂ। ਨਸਾਂ ਦਾ ਢਿੱਲਾਪਨ ਹੋਣਾ, ਲਿੰਗ ਦੇ ਵਿੱਚ ਪ੍ਰੋਪਰ ਤਣਾਵ ਨਹੀਂ ਆ ਪਾਉਂਦਾ ਹੈ, ਇਹਨੂੰ ਆਪਾਂ ਮਰਦਾਨਾ ਕਮਜ਼ੋਰੀ ਦੇ ਵਿੱਚ ਗਿਣਦੇ ਹਾਂ। ਉਤੇਜਨਾ ਹੀ ਨਹੀਂ ਆ ਪਾਉਂਦੀ ਹੈ। ਜੇ ਇੱਕ ਵਾਰੀ ਕੋਈ ਬੰਦਾ ਡਿਸਚਾਰਜ ਹੋ ਜਾਂਦਾ ਹੈ ਤੇ ਦੁਬਾਰਾ ਤਿਆਰ ਹੋਣ ਨੂੰ 2-2 4-4 ਘੰਟੇ, ਕਈਆਂ ਨੂੰ 2-2 4-4 ਦਿਨ ਲੱਗ ਜਾਂਦੇ ਆ। ਇਹ ਸਾਰੀਆਂ ਜਿਹੜੀਆਂ ਹੈਗੀਆਂ ਜੀ ਮਰਦਾਨਾ ਕਮਜ਼ੋਰੀ ਦੀਆਂ ਨਿਸ਼ਾਨੀਆਂ ਆ, ਨਪੁੰਸਕਤਾ ਦੀਆਂ ਨਿਸ਼ਾਨੀਆਂ ਹੈਗੀਆਂ। ਸਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਿਅਕਤੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿਆਹ ਨੂੰ 2-2 3-3 4-4 ਸਾਲ ਹੋ ਜਾਂਦੇ ਆ ਪਰ ਬੱਚਾ ਨਹੀਂ ਪੈਦਾ ਹੁੰਦਾ, ਜਾਂ ਸ਼ੁਕਰਾਣੂ ਘੱਟ ਬਣਦੇ ਆ, ਜਾਂ ਬਹੁਤ ਜ਼ਿਆਦਾ ਮਤਲਬ ਨਾ ਮਾਤਰ ਦੇ ਬਰਾਬਰ ਹੁੰਦੇ ਆ। ਉਸ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਜਿਹੜੇ ਸ਼ੁਕਰਾਣੂ ਹੁੰਦੇ ਆ ਇਹ ਜ਼ਰੂਰੀ ਆ ਬੱਚਾ ਪੈਦਾ ਕਰਨ ਦੇ ਲਈ, ਹੈ ਨਾ। ਜੇ ਕਿਸੇ ਬੰਦੇ ਦੇ 'ਚ ਸ਼ੁਕਰਾਣੂਆਂ ਦੀ ਕਮੀ ਆ, ਸ਼ੁਕਰਾਣੂਆਂ ਦੀ ਘਾਟ ਆ, ਜਾਂ ਉਹ ਬੰਦਾ ਜਿਹੜਾ ਹੈਗਾ ਉਹਦੇ ਨਿਲ ਸ਼ੁਕਰਾਣੂ ਹੈ, ਐਜ਼ੋਸਪਰਮੀਆ ਹੈਗਾ ਆ, ਉੱਥੇ ਫਿਰ ਪ੍ਰੋਬਲਮ ਆਉਂਦੀ ਹੈ ਸਰ ਜਦੋਂ ਪ੍ਰੈਗਨੈਂਸੀ ਕਨਸੀਵ ਨਹੀਂ ਕਰ ਪਾਉਂਦੇ। ਦੇਖੋ, ਇਹ ਜਿਹੜੀ ਨਾਮਰਦੀ ਹੈਗੀ ਆ ਔਰ ਨਿਲ ਸ਼ੁਕਰਾਣੂ ਆ, ਇਹ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ ਆ। ਕਈ ਵਾਰੀ ਬੰਦਾ ਉੱਦਾਂ ਫਿਜ਼ੀਕਲ ਤੌਰ ਦੇ ਉੱਤੇ ਬੜਾ ਫਿੱਟ ਹੁੰਦਾ ਆ, ਔਰ ਉਹ ਬੰਦਾ ਜਦੋਂ ਆਪਣੇ ਪਾਰਟਨਰ ਦੇ ਕੋਲ ਜਾਂਦਾ, ਸੰਭੋਗਿਕ ਕਿਰਿਆ ਦੇ ਵਿੱਚ ਜਾਂਦਾ, ਗ੍ਰਸਥ ਜੀਵਨ ਵਿੱਚ ਜਾਂਦਾ ਆ, ਉਹ ਆਪਣੇ ਵਿਆਹੁਤਾ ਜੀਵਨ ਦਾ ਉੱਦਾਂ ਆਨੰਦ ਮਾਣ ਰਹੇ ਹੁੰਦੇ ਆ। ਲੇਕਿਨ ਬੱਚਾ ਪੈਦਾ ਕਰਨ ਦੇ ਲਈ ਜਿਹੜੀ ਚੀਜ਼ ਚਾਹੀਦੀ ਆ, ਜਿਹਨੂੰ ਆਪਾਂ ਸ਼ੁਕਰਾਣੂ ਕਹਿੰਦੇ, ਸਪਰਮ ਕਹਿੰਦੇ ਆ, ਉਹ ਸਪਰਮ ਆ ਜਿਹੜੇ ਉਹਨਾਂ ਦੀ ਘਾਟ ਹੁੰਦੀ ਹੈਗੀ ਆ, ਹੈ ਨਾ। ਇਹ ਨਿਲ ਸ਼ੁਕਰਾਣੂ ਦੇ ਵਿੱਚ ਆਪਾਂ ਗਿਣ ਲੈਂਦੇ ਇਹਨਾਂ ਨੂੰ, ਜਾਂ ਐਜ਼ੋਸਪਰਮੀਆ ਜਿਹੜਾ ਹੁੰਦਾ ਹੈਗਾ ਆ, ਇਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਦਿੰਦੇ ਆ। ਤੇ ਨਾਰਮਲ ਜਿਹੜਾ ਕੋਈ ਇੱਕ ਇਨਸਾਨ ਹੈਗਾ ਆ, ਉਹਦੀ ਜਦੋਂ ਆਪਾਂ ਸ਼ੁਕਰਾਣੂਆਂ ਦੀ ਗੱਲ ਕਰਦੇ ਹਾਂ ਸਰ, 60 ਮਿਲੀਅਨ ਤੋਂ 1.5 ਲੱਖ ਮਿਲੀਅਨ ਤੱਕ ਜਿਹੜੇ ਸ਼ੁਕਰਾਣੂ ਆ ਉਹਨੂੰ ਚਾਹੀਦੇ ਆ। ਜੇ 60 ਤੋਂ ਥੱਲੇ ਆ ਫਿਰ ਬੱਚਾ ਪੈਦਾ ਕਰਨ ਦੇ ਸਮਰੱਥ ਹੋ ਸਕਦਾ ਹੈ ਬੰਦਾ ਦਵਾਈਆਂ ਦੇ ਨਾਲ, ਉਹਨੂੰ ਫਿਰ ਦਵਾਈ ਨਾਲ ਦੇਣੀ ਪੈਂਦੀ ਆ। ਲੇਕਿਨ ਇਹਦੇ ਵਿੱਚ ਫਿਰ ਇਹ ਦੇਖਣਾ ਪੈਂਦਾ ਵੀ ਜਿਹੜੇ ਸਪਰਮ ਹੈਗੇ ਆ, ਇਹ ਸਪਰਮ ਐਕਟਿਵ ਕਿੰਨੇ % ਆ, ਹੈ ਨਾ, ਸਲਗਿਸ਼ ਕਿੰਨੇ ਆ, ਡੈਡ ਕਿੰਨੇ ਆ। ਐਕਟਿਵ ਤੋਂ ਤਾਂ ਸਰ ਆਪਾਂ ਸਮਝਦੇ ਹੈਗੇ ਆ ਕਿ ਜਿਹੜਾ ਐਕਟਿਵ ਆ ਉਹ ਜਿਹੜਾ ਸ਼ੁਕਰਾਣੂ ਆ ਉਹ ਤੰਦਰੁਸਤ ਆ, ਉਹਦਾ ਹੈੱਡ, ਉਹਦੀ ਟੇਲ, ਉਹ ਮਿਡ ਦੇ ਵਿਚਕਾਰੋਂ ਬਿਲਕੁਲ ਤੰਦਰੁਸਤ ਆ, ਔਰ ਉਹ ਜਦੋਂ ਉਹਨੇ ਐਗ ਦੇ ਵਿੱਚ ਜਾਣਾ ਹੈਗਾ ਤਾਂ ਇੱਕਦਮ ਐਗ ਨੂੰ ਬ੍ਰੇਕ ਕਰਕੇ ਉਹਨਾਂ ਦੇ ਵਿੱਚ ਐਂਟਰ ਕਰ ਜਾਣਾ ਹੈਗਾ ਤੇ ਪ੍ਰੈਗਨੈਂਸੀ ਕਨਸੀਵ ਹੋ ਜਾਂਦੀ ਆ। ਜਿਹੜੇ ਸਲਗਿਸ਼ ਹੁੰਦੇ ਆ ਸਰ, ਉਹ ਸਲਗਿਸ਼ ਆਪਾਂ ਉਹਨੂੰ ਕਹਿੰਦੇ ਹੈਗੇ ਆ ਜਿਹੜੇ ਕਮਜ਼ੋਰ ਸ਼ੁਕਰਾਣੂ ਹੁੰਦੇ ਹੈਗੇ ਆ, ਜਿਹੜੇ ਸ਼ੁਕਰਾਣੂ ਅੱਧ ਮਰੇ ਜਿਹੇ ਹੁੰਦੇ ਆ, ਬਿਲਕੁਲ ਜਿੱਦਾਂ ਬਹੁਤ ਬੰਦਾ ਕੋਈ ਕਮਜ਼ੋਰ ਹੋਵੇ, ਹੈ ਨਾ, ਇੱਦਾਂ ਉਹ ਜਿਹੜੇ ਸ਼ੁਕਰਾਣੂ ਹੈਗੇ ਆ ਉਹ ਅੱਧ ਮਰੇ ਜਿਹੇ ਹੁੰਦੇ ਆ, ਬਿਲਕੁਲ ਨਿਰਜੀਵ ਜਿਹੇ ਹੁੰਦੇ ਆ, ਮਰਨ ਕਿਨਾਰੇ ਹੁੰਦੇ ਆ, ਤੇ ਉਸ ਤੋਂ ਬਾਅਦ ਡੈੱਡ ਹੋ ਜਾਂਦੇ ਹੈਗੇ ਆ ਜੀ। ਜਿਹੜੇ ਡੈੱਡ ਸ਼ੁਕਰਾਣੂ ਹੈਗੇ ਆ, ਮੰਨ ਲਓ ਸਾਡੇ ਸਪਰਮ ਜਿਹੜੇ ਹੈਗੇ ਆ ਉਹਦੇ ਵਿੱਚ ਡੈੱਡ ਔਰ ਸਲਗਿਸ਼ ਜਿੰਨੇ ਘੱਟ ਹੋਣ ਉਨੇ ਜ਼ਿਆਦਾ ਬੈਟਰ ਆ ਜੀ। ਜਿਹੜੇ ਐਕਟਿਵ ਹੈਗੇ ਆ ਜਿੰਨੇ ਜ਼ਿਆਦਾ ਹੋਣਗੇ, ਜਿੰਨੀ ਉਹਨਾਂ ਦੀ ਪਰਸੈਂਟੇਜ ਜ਼ਿਆਦਾ ਹੋਏਗੀ, ਉਹ ਬੱਚਾ ਪੈਦਾ ਕਰਨ ਦੇ ਬੰਦਾ ਜਿਹੜਾ ਹੈਗਾ ਉਹ ਸਮਰੱਥ ਹੋਏਗਾ। ਹੁਣ ਆਪਾਂ ਗੱਲ ਕਰਦੇ ਸੀ ਬਈ ਨਾਮਰਦੀ ਔਰ ਸਪਰਮ ਇਹ ਦੋ ਅਲੱਗ-ਅਲੱਗ ਚੀਜ਼ਾਂ ਆ। ਕਈ ਵਾਰੀ ਬੰਦਾ ਜਿਹੜਾ ਹੁੰਦਾ ਉੱਦਾਂ ਬਿਲਕੁਲ ਨੋਰਮਲ ਆ, ਉਹ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਿਹਾ ਹੁੰਦਾ, ਉਹਨੂੰ ਕੋਈ ਟਾਈਮਿੰਗ ਦੀ ਪ੍ਰੋਬਲਮ ਨਹੀਂ ਹੈ, ਉਹਨੂੰ ਕੋਈ ਨਸਾਂ ਦਾ ਢਿੱਲਾਪਨ ਨਹੀਂ ਹੈ, ਉਹਨੂੰ ਕੋਈ ਸ਼ੀਘਰ ਪਤਨ ਨਹੀਂ ਹੋ ਰਿਹਾ, ਹੈ ਨਾ। ਉਸ ਬੰਦੇ ਨੂੰ ਜਿਹੜਾ ਉਹ ਜਦੋਂ ਆਪਣੇ ਪਾਰਟਨਰ ਦੇ ਕੋਲ ਜਾਂਦਾ ਆ ਉਸ ਵੇਲੇ ਕੋਈ ਇੱਦਾਂ ਦੀ ਉਤੇਜਨਾ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਉਤੇਜਨਾ ਨਹੀਂ ਆ ਰਹੀ ਜਾਂ ਘੱਟ ਆ ਰਹੀ ਆ। ਸਾਰੇ ਪਾਸਿਆਂ ਤੋਂ ਬੰਦਾ ਜਿਹੜਾ ਹੈਗਾ ਉਹ ਨੋਰਮਲ ਹੁੰਦਾ ਆ, ਤੇ ਉਸ ਬੰਦੇ ਨੂੰ ਫਿਰ ਇੱਦਾਂ ਵੀ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ। ਲੇਕਿਨ ਸਮੱਸਿਆ ਕਿੱਥੇ ਹੁੰਦੀ ਆ? ਸਮੱਸਿਆ ਸਪਰਮ ਦੇ ਵਿੱਚ ਹੁੰਦੀ ਆ ਵੀ ਜਿਹੜੇ ਸਪਰਮ ਆ ਉਹਦੀ ਜਾਂ ਤਾਂ ਜਿੰਨੇ ਸਾਨੂੰ 60 ਤੋਂ 150 ਤੱਕ ਚਾਹੀਦੇ ਹੁੰਦੇ ਆ ਮਿਲੀਅਨ ਦੇ ਵਿੱਚ, ਉਹ 60 ਤੋਂ ਘੱਟ ਹੁੰਦੇ ਆ, ਜਾਂ ਉਹ ਹੌਲੀ ਹੌਲੀ ਘਟਦੇ ਇਹਨੂੰ ਕਹਿ ਸਕਦੇ ਆ ਬਿਲਕੁਲ ਨਿਲ ਹੁੰਦੇ ਆ, ਜ਼ੀਰੋ ਜਿਹੜੇ ਸਪਰਮ ਆ ਉਹ ਹੁੰਦੇ ਆ। ਸੋ ਇਹ ਚੀਜ਼ ਦਾ ਇੱਕ ਟੈਸਟ ਹੁੰਦਾ ਸਰ, ਉਹਨੂੰ ਆਪਾਂ FNAC ਕਹਿੰਦੇ ਹੈਗੇ ਆ, ਫਾਈਨ ਨੀਡਲ ਐਸਪੀਰੇਟ ਸਾਈਟੋਲੋਜੀ ਜਿਹੜਾ ਹੈਗਾ ਆ, ਇਹ ਟੈਸਟੀਕੂਲਰ ਹੁੰਦਾ ਹੈਗਾ ਆ, ਉਹ ਟੈਸਟ ਕਰਵਾ ਲੈਣਾ ਹੁੰਦਾ। ਉਹਦੇ ਵਿੱਚ ਫਿਰ ਸਪਰਮੈਟੋਜੈਂਸਿਸ ਜਿਹੜੀ ਹੈਗੀ ਆ ਉਹ ਪਤਾ ਲੱਗ ਜਾਂਦੀ
ਆ ਵੀ ਬੰਦੇ 'ਚ ਸਪਰਮ ਕਿੰਨੇ ਕੁ ਬਣ ਰਹੇ ਆ। ਉਹ ਅਗਰ ਕੋਈ ਟੈਸਟ ਕਰਵਾ ਲੈਂਦਾ ਹੈਗਾ ਆ FNAC ਦਾ ਟੈਸਟੀਕੂਲਰ, ਅਗਰ ਉਹਦਾ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਲੀਅਰ ਹੋ ਗਿਆ ਤੇ ਫਿਰ ਸਰ ਸਪਰਮ ਵਧਾਉਣ ਵਾਲੀ ਮੈਡੀਸਨ ਹੁੰਦੀ ਆ ਜੀ। ਸਪਰਮ ਬਿਲਕੁਲ ਵੱਧ ਜਾਂਦੇ ਆ। ਕੁਝ ਖਾਣ ਪੀਣ ਦਾ ਲਿਹਾਜ਼ ਆ ਜਿਹੜਾ ਉਹ ਰੱਖਣਾ ਪੈਂਦਾ ਆ ਵੀ ਕਿਹੜੀਆਂ ਚੀਜ਼ਾਂ ਤੁਹਾਡੀ ਕੁਦਰਤੀ ਰੂਪ ਦੇ ਵਿੱਚ ਮਦਦ ਕਰ ਸਕਦੀਆਂ ਔਰ ਕਿਹੜੀ ਤੁਸੀਂ ਮੈਡੀਸਨ ਦੇ ਨਾਲ ਠੀਕ ਹੋਣਾ। ਇਹਦੇ 'ਚ ਦੋ ਗੱਲਾਂ ਹੁੰਦੀਆਂ ਹੈਗੀਆਂ ਸਰ। ਜਿਹੜੀ ਨਾਰਮਲ ਮਰਦਾਨਾ ਕਮਜ਼ੋਰੀ ਦੀ ਦਵਾਈ ਹੁੰਦੀ ਆ ਉਹ ਬਿਲਕੁਲ ਅਲੱਗ ਹੁੰਦੇ ਆ, ਹੈ ਨਾ। ਕਿਸੇ ਨੂੰ ਸ਼ੂਗਰ ਪਤਨ ਦੀ ਸਮੱਸਿਆ ਆ, ਕਿਸੇ ਨੂੰ ਕੋਈ ਨਸਾਂ ਦਾ ਢਿੱਲਾਪਨ ਹੈਗਾ, ਉਤੇਜਨਾ ਦੀ ਕਮੀ ਆ, ਇਹਨਾਂ ਦੀਆਂ ਦਵਾਈਆਂ ਅਲੱਗ ਹੋਣਗੀਆਂ। ਲੇਕਿਨ ਜਿਹੜਾ ਬੰਦਾ ਜਿਹਦੇ ਸਪਰਮ ਨਿਲ ਆ, ਜਿਹਦੇ ਸਪਰਮ ਘੱਟ ਹੈਗੇ ਆ, ਉਹਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਅਲੱਗ ਹੁੰਦੀਆਂ ਹੈਗੀਆਂ। ਉਹ ਜ਼ਰੂਰਤ ਦੇ ਅਨੁਸਾਰ ਅਸੀਂ ਤਿਆਰ ਕਰਦੇ ਹੈਗੇ ਹਾਂ ਸਰ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਤੁਸੀਂ ਪਿਛਲੀ ਇੰਟਰਵਿਊ ਦੇ ਵਿੱਚ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਸੰਬੰਧਿਤ ਜਿਹੜੇ ਆ 5 ਲੱਛਣ ਦੱਸੇ ਸੀ, ਜੇਕਰ ਮਰਦਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਕੀ 5 ਲੱਛਣ ਦੱਸਣੇ ਚਾਹੋਗੇ ਕਿ ਜਿਸ ਤਰ੍ਹਾਂ ਵਿਆਹੁਤਾ ਜੀਵਨ ਤੋਂ ਪਹਿਲਾਂ ਹੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਵਾ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ, ਨਾ ਕਿ ਵਿਆਹ ਕਰਵਾਉਣ ਤੋਂ ਬਾਅਦ ਪਤਾ ਲੱਗੇ ਕਿ ਯਾਰ ਮੈਨੂੰ ਤੇ ਆਹ ਸਮੱਸਿਆ ਵਾ। ਦੇਖੋ ਬਹੁਤ ਵਧੀਆ ਗੱਲ ਤੁਸੀਂ ਪੁੱਛੀ ਆ ਬਈ ਸਿਆਣੇ ਕਹਿੰਦੇ ਆ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ ਨਾ। ਆਪਾਂ ਸੁਚੇਤ ਹੋ ਸਕਦੇ ਹਾਂ, ਚੁਕੰਨੇ ਹੋ ਸਕਦੇ ਹਾਂ। ਜਿੱਦਾਂ ਆਪਾਂ ਕੁਝ ਲੇਡੀਜ਼ ਜਿਹੜੀਆਂ ਸਾਨੂੰ ਫੋਨ ਆਏ ਹੈਗੇ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਵੀ ਜਿਹੜੇ ਤੁਸੀਂ ਆਪਣੀ ਵੀਡੀਓ ਦੇ ਵਿੱਚ 5 ਲੱਛਣ ਦੱਸੇ ਆ ਵੀ ਇਹਦੇ ਵਿੱਚੋਂ ਸਾਨੂੰ 1 ਆ 2 ਆ ਜਾਂ 4 ਆ ਜਾਂ 5 ਹੀ ਹੈਗੇ ਆ, ਹੈ ਨਾ। ਉਹਦੇ ਨਾਲ ਸਾਡਾ ਖੁਦ ਆਪਣੇ ਆਪ ਹੀ ਟੈਸਟ ਹੋ ਜਾਂਦਾ ਸਾਡੀ ਬੋਡੀ ਦਾ। ਸੋ ਇਹ ਜਿਹੜੇ ਅਗਰ ਆਪਾਂ ਮਰਦਾਂ ਦੀ ਗੱਲ ਕਰੀਏ ਵੀ ਜਿਨ੍ਹਾਂ ਨੇ ਸੁਚੇਤ ਹੋਣਾ ਹੈਗਾ ਉਹਨਾਂ ਨੂੰ ਕਿਤੇ ਭਵਿੱਖ ਦੇ ਵਿੱਚ ਮਰਦਾਨਾ ਕਮਜ਼ੋਰੀ ਆ ਤਾਂ ਨਹੀਂ ਸਕਦੀ, ਉਹਦੇ ਵੀ 4-5 ਲੱਛਣ ਜਿਹੜੇ ਹੈਗੇ ਆ ਉਹ ਹੁੰਦੇ ਆ ਜੀ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਹ ਦੇਖਣਾ ਹੁੰਦਾ ਵੀ ਕੋਈ ਵੀ ਬੰਦਾ ਜਿਹੜਾ ਬਿਲਕੁਲ ਆਪਾਂ ਇੱਦਾਂ ਇਸ ਤਰੀਕੇ ਦੇ ਨਾਲ ਅਗਰ ਸਿੱਧੇ ਬੈਠ ਜਾਂਦੇ ਆ, ਆਪਣੇ ਹੱਥ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਪ੍ਰੋਪਰ ਆਪਾਂ ਖੋਲ੍ਹ ਲੈਣੇ ਆ ਔਰ ਉਂਗਲਾਂ ਜਿਹੜੀਆਂ ਖੋਲ੍ਹ ਲੈਣੀਆਂ ਹੈਗੀਆਂ ਜੀ। ਆਪਾਂ 1 ਮਿੰਟ ਤੱਕ ਆਪਾਂ ਇਸ ਤਰੀਕੇ ਦੇ ਨਾਲ ਹੱਥ ਕਰਕੇ ਰੱਖਣੇ ਆ ਔਰ ਜੇ ਤੁਹਾਡੇ ਹੱਥ ਕੰਬਦੇ ਆ, ਹੈ ਨਾ, ਜੇ ਕੰਬਣੇ ਸ਼ੁਰੂ ਹੋ ਗਏ ਤਾਂ ਸਮਝ ਲਓ ਤੁਹਾਨੂੰ ਜਿਹੜੀ ਹੈਗੀ ਆ ਉਹ ਮਰਦਾਨਾ ਕਮਜ਼ੋਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਜਾਂ ਬਹੁਤ ਜਲਦ ਤੁਸੀਂ ਇਸ ਪ੍ਰੋਬਲਮ ਦੇ ਵਿੱਚ ਫਸ ਜਾਣਾ ਹੈਗਾ ਜੇ ਤੁਹਾਡੇ ਹੱਥ ਇਸ ਤਰੀਕੇ ਦੇ ਨਾਲ ਕੰਬਦੇ ਹੈਗੇ ਆ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਲਾ ਜਿਹੜਾ ਲੱਛਣ ਹੁੰਦਾ ਹੈਗਾ ਕਿਸੇ ਵੀ ਜਿਸ ਬੰਦੇ ਨੂੰ ਮਰਦਾਨਾ ਕਮਜ਼ੋਰੀ ਹੋ ਸਕਦੀ ਹੈ ਉਹ ਹੁੰਦਾ ਹੈਗਾ ਜੀ ਲਿੰਗ ਦੇ ਵਿੱਚ ਟੇਢਾਪਨ ਆ ਜਾਣਾ, ਹੈ ਨਾ। ਉਹ ਨਸਾਂ ਜਿਹੜੀਆਂ ਹੈਗੀਆਂ ਆ ਉਹ ਉਹਦੇ ਵਿੱਚ ਢਿੱਲਾਪਨ ਆ ਜਾਂਦਾ ਅਤੇ ਉਹਦੇ ਨਾਲ ਜਿਹੜਾ ਲਿੰਗ ਹੈਗਾ ਆ, ਇੰਦਰੀ ਹੈਗੀ ਆ, ਉਹਦੇ ਵਿੱਚ ਟੇਢਾਪਨ ਆ ਜਾਂਦਾ। ਜਿਨ੍ਹਾਂ ਦੇ ਵੀ ਲਿੰਗ ਦੇ ਵਿੱਚ ਟੇਢਾਪਨ ਆਉਣਾ ਸ਼ੁਰੂ ਹੋ ਗਿਆ ਭਵਿੱਖ ਦੇ ਵਿੱਚ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਹੋਣ ਦੇ ਚਾਂਸ ਜਿਹੜੇ ਹੈਗੇ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ। ਇਸ ਤੋਂ ਇਲਾਵਾ ਸਰ ਜਿਹੜੇ ਲੋਕ ਜਿਹਨੇ ਜਦੋਂ ਸੰਭੋਗਿਕ ਕਿਰਿਆ ਦੇ ਵਿੱਚ ਜਾਂਦੇ ਹੈਗੇ ਆ, ਜਿਨ੍ਹਾਂ ਨੂੰ ਲਿੰਗ ਦੇ ਵਿੱਚ ਜਾਂ ਅੰਡਕੋਸ਼ ਦੇ ਵਿੱਚ ਗੋਲੀਆਂ ਦੇ ਵਿੱਚ ਦਰਦ ਹੁੰਦੀ ਹੈਗੀ ਆ ਸੰਭੋਗਿਕ ਕਿਰਿਆ ਦੇ ਦੌਰਾਨ, ਉਹਨਾਂ ਨੂੰ ਵੀ ਜਿਹੜੀ ਮਰਦਾਨਾ ਕਮਜ਼ੋਰੀ ਆ ਉਹ ਜ਼ਰੂਰ ਹੋ ਜਾਣੀ ਆ ਜੀ, ਹੈ ਨਾ। ਇਹ ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਪਤਾ ਵੀ ਇੱਕ ਫਿਊਚਰ ਦੇ ਵਿੱਚ ਆ ਪ੍ਰੋਬਲਮ ਆਉਣੀ ਹੀ ਆਉਣੀ ਆ। ਇਸ ਤੋਂ ਇਲਾਵਾ ਸਰ ਜਿਹੜੇ ਲੋਕ ਜਿਨ੍ਹਾਂ ਦਾ ਲਿੰਗ ਜਿਹੜਾ ਹੈਗਾ ਆ ਉਹ ਪਿਛਲੇ ਪਾਸਿਓਂ ਪਤਲਾ ਜਾਣੀ ਜੜ ਤੋਂ ਪਤਲਾ ਔਰ ਟੌਪ ਤੋਂ ਮੋਟਾ ਆ, ਉਹਨਾਂ ਨੂੰ ਵੀ ਮਰਦਾਨਾ ਕਮਜ਼ੋਰੀ ਆਉਣੀ ਆ ਕਿਉਂਕਿ ਉਹ ਜੜ ਜਿਹੜੀ ਹੈਗੀ ਆ ਲਿੰਗ ਦੀ ਉਹਦੇ ਵਿੱਚ ਪਤਲਾਪਨ ਆ ਔਰ ਮੋਹਰਿਓਂ ਟੌਪ ਤੋਂ ਜਿਹੜਾ ਹੈਗਾ ਆ ਉਹ ਲਿੰਗ ਉਹਦੇ ਵਿੱਚ ਮੋਟਾਪਾ ਹੈ, ਮੋਟਾਪਨ ਹੈਗਾ। ਉਹ ਜੜ ਕਮਜ਼ੋਰ ਆ ਤਾਂ ਉਸ ਬੰਦੇ ਨੂੰ ਵੀ ਮਰਦਾਨਾ ਕਮਜ਼ੋਰੀ ਜਿਹੜੀ ਹੈਗੀ ਆ ਉਹ ਆਉਣੀ ਹੀ ਆਉਣੀ ਆ। ਇਸ ਤੋਂ ਇਲਾਵਾ ਸਰ ਜਿਹੜੇ ਲੋਕ ਜਦੋਂ ਆਪਣੇ ਪਾਰਟਨਰ ਦੇ ਕੋਲ ਜਾਂਦੇ ਹੈਗੇ ਆ ਉਹਨਾਂ ਨੂੰ ਇੱਕਦਮ ਉਤੇਜਨਾ ਆਉਂਦੀ ਆ, ਇੱਕਦਮ ਉਹ ਉਤੇਜਿਤ ਹੋ ਜਾਂਦੇ ਹੈਗੇ ਆ, ਲੇਕਿਨ ਨਾਲ ਦੀ ਨਾਲ ਜਿਹੜੀ ਉਤੇਜਨਾ ਹੁੰਦੀ ਆ ਇੱਕਦਮ ਖਤਮ ਵੀ ਹੋ ਜਾਂਦੀ ਹੈ, ਬਿਲਕੁਲ ਖਤਮ ਹੋ ਜਾਂਦੀ ਹੈਗੀ ਆ। ਇਹ ਵੀ ਮਰਦਾਨਾ ਕਮਜ਼ੋਰੀ ਦਾ ਲੱਛਣ ਹੈਗਾ ਆ ਵੀ ਜਿਨ੍ਹਾਂ ਨੂੰ ਇੱਦਾਂ ਹੋਣਾ ਸ਼ੁਰੂ ਹੋ ਗਿਆ ਵੀ ਬੰਦਾ ਇਹ ਕਹਿੰਦਾ ਤਾਂ ਮੈਂ ਤਾਂ ਜੀ ਬਿਲਕੁਲ ਉਤੇਜਿਤ ਸੀਗਾ, ਇੱਕਦਮ ਕੀ ਹੋ ਗਿਆ, ਹੈ ਨਾ। ਅਤੇ ਉਹ ਤਣਾਅ ਮੁੜ ਕੇ ਆਏ ਨਹੀਂ ਪਾਉਂਦਾ ਹੈਗਾ ਲਿੰਗ ਦੇ ਵਿੱਚ, ਤਾਂ ਉਹ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਮਰਦਾਨਾ ਕਮਜ਼ੋਰੀ ਜਿਹੜੀ ਹੈਗੀ ਆ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਆ। ਸੋ ਇਹ 5 ਲੱਛਣ ਅਜਿਹੇ ਆ ਜੇ ਕੋਈ ਬੰਦਾ ਆਪਣੇ 'ਤੇ ਲਾਗੂ ਕਰੇ ਉਹਨੂੰ ਇੱਦਾਂ ਦਾ ਕੋਈ ਉਹਦੇ ਸਰੀਰ ਦੇ ਵਿੱਚ ਉਹਨੂੰ ਕੋਈ ਲੱਛਣ ਨਜ਼ਰ ਆਉਂਦਾ ਹੈਗਾ ਆ ਅਤੇ ਇਹ ਮਰਦਾਨਾ ਕਮਜ਼ੋਰੀ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਸਰ ਜਿਹੜੇ ਆਯੁਰਵੇਦਾ ਦੇ ਸ਼ਾਸਤਰ ਆ ਇਹਦੇ ਵਿੱਚ ਜਿਹੜੀ ਬਾਜੀ ਕਾਰਕ ਔਸ਼ਧੀ ਸਭ ਤੋਂ ਵੱਡੀ ਆ ਉਹ ਸਰ ਔਰਤ ਨੂੰ ਮੰਨਿਆ ਜਾਂਦਾ, ਇਸਤਰੀ ਨੂੰ ਮੰਨਿਆ ਜਾਂਦਾ ਵੀ ਕੋਈ ਬੰਦਾ ਜਿਹੜਾ ਹੈਗਾ ਆ ਉਹ ਔਰਤ ਦੇ ਕੋਲ ਬੈਠਾ ਔਰਤ ਨੂੰ ਟੱਚ ਕਰ ਰਿਹਾ ਲੇਕਿਨ ਉਹਦੇ ਸਰੀਰ ਦੇ ਵਿੱਚ ਕੋਈ ਉਤਸੁਕਤਾ ਨਹੀਂ ਵੱਧ ਰਹੀ, ਉਤੇਜਨਾ ਨਹੀਂ ਵੱਧ ਰਹੀ,
ਉਹ ਬੰਦਾ ਜਿਹੜਾ ਹੈਗਾ ਆ ਉਹਨੂੰ 100% ਨਾਮਰਦ ਮੰਨਿਆ ਜਾਂਦਾ ਹੈ ਵੀ ਉਹ ਬੰਦਾ ਜਿਹੜਾ ਹੈਗਾ ਉਹ ਨਪੁੰਸਕ ਆ, ਉਹਨੂੰ ਬਹੁਤ ਜ਼ਿਆਦਾ ਦਵਾਈਆਂ ਦੀ ਜ਼ਰੂਰਤ ਹੈਗੀ ਆ, ਬਹੁਤ ਜ਼ਿਆਦਾ ਉਹਨੂੰ ਖੁਰਾਕ ਦੀ ਜ਼ਰੂਰਤ ਹੈਗੀ ਆ, ਬਹੁਤ ਜ਼ਿਆਦਾ ਉਹਨੂੰ ਐਕਸਰਸਾਈਜ਼ ਦੀ ਜ਼ਰੂਰਤ ਆ, ਜਿਹਦੇ ਨਾਲ ਉਹ ਬੰਦਾ ਜਿਹੜਾ ਹੈਗਾ ਆ ਉਹ ਤੰਦਰੁਸਤੀ ਵਾਲੇ ਪਾਸੇ ਨੂੰ ਜਾ ਸਕਦਾ ਆ। ਲੇਕਿਨ ਉਹਨੂੰ ਦਵਾਈਆਂ ਜਿਹੜੀਆਂ ਹੈਗੀਆਂ ਫਿਰ ਸਰ ਉਹ ਜ਼ਰੂਰ ਖਾਣੀਆਂ ਪੈਣਗੀਆਂ। ਸਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਤੁਸੀਂ ਪਿਛਲੀ ਇੰਟਰਵਿਊ ਦੇ ਵਿੱਚ ਮਹਿਲਾਵਾਂ ਦੇ ਲਈ ਐਕਸਰਸਾਈਜ਼ ਦੱਸੀ ਸੀ ਕਿ ਜਿਹਦੇ ਨਾਲ ਉਹਨਾਂ ਦੀ ਕਮਜ਼ੋਰੀ ਠੀਕ ਹੋ ਸਕਦੀ ਆ, ਇਸ ਤਰ੍ਹਾਂ ਹੀ ਜੇਕਰ ਮਰਦਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਐਕਸਰਸਾਈਜ਼ ਦੱਸੋ ਕਿ ਜਿਹਦੇ ਨਾਲ ਜਿਹੜਾ ਵਾ ਮਰਦਾਨਾ ਕਮਜ਼ੋਰੀ ਜਾਂ ਕਿਸੇ ਹੱਦ ਤੱਕ ਜਿਹੜਾ ਵਾ ਇਸ ਸਮੱਸਿਆ ਦਾ ਹੱਲ ਹੋ ਸਕੇ। ਦੇਖੋ ਐਕਸਰਸਾਈਜ਼ਾਂ ਬਹੁਤ ਹੈਗੀਆਂ, ਐਕਸਰਸਾਈਜ਼ ਕੋਈ ਵੀ ਬੰਦਾ ਜਿਹੜਾ ਹੈਗਾ ਕਰ ਸਕਦਾ ਆ, ਲੇਕਿਨ ਐਕਸਰਸਾਈਜ਼ ਦੇ ਨਾਲ ਖੁਰਾਕ ਦੀ ਬੜੀ ਮਹੱਤਤਾ ਹੁੰਦੀ ਆ। ਹੁਣ ਤੁਸੀਂ ਦੇਖੋ ਵੀ ਜਿਹੜੇ ਜਿਮ ਵਿੱਚ ਜਾਂਦੇ ਲੋਕ ਹੈਗੇ ਆ ਹੈ ਨਾ, ਜਿਮ ਜਾਂਦੇ ਆ, ਉਹਨਾਂ ਦੇ ਸਰੀਰ ਬਹੁਤ ਰਿਸ਼ਟ ਪੁਸ਼ਟ ਹੋ ਜਾਂਦੇ ਆ, ਬੜੇ ਸਡੋਲ ਹੁੰਦੇ ਆ ਨਾ, ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਬੜੇ ਮਾਰ ਕੇ ਮਾਰੇ ਹੁੰਦੇ ਆ, ਲੇਕਿਨ ਗਲਤ ਖੁਰਾਕ ਖਾਣ ਦੇ ਚੱਕਰ ਵਿੱਚ ਉਹਨਾਂ ਦੇ ਜਿਹੜੇ ਮਰਦਾਨਾ ਹਾਰਮੋਨਸ ਹੁੰਦੇ ਆ, ਮਰਦਾਨਗੀ ਵਾਲੇ ਹਾਰਮੋਨਸ ਹੁੰਦੇ ਆ, ਜਿਹਨੂੰ ਆਪਾਂ ਟੈਸਟੋਸਟੈਰੋਨ ਕਹਿੰਦੇ ਹੈਗੇ ਆ, ਉਹ ਬਿਲਕੁਲ ਘਟਣੇ ਸ਼ੁਰੂ ਹੋ ਜਾਂਦੇ ਆ ਔਰ ਘਟਦੇ ਉਹ ਬਿਲਕੁਲ ਜ਼ੀਰੋ 'ਤੇ ਪਹੁੰਚ ਜਾਂਦੇ ਆ। ਮਤਲਬ ਐਕਸਰਸਾਈਜ਼ ਹੋਣੀ ਚਾਹੀਦੀ ਆ, ਲੇਕਿਨ ਐਕਸਰਸਾਈਜ਼ ਦੇ ਨਾਲ ਖੁਰਾਕ ਵੀ ਤੁਹਾਡੀ ਉਹ ਹੋਣੀ ਚਾਹੀਦੀ ਆ ਜਿਹੜੀ ਤੁਹਾਨੂੰ ਤੁਹਾਡੀ ਮਰਦਾਨਗੀ ਨੂੰ ਹੋਰ ਵਧਾਵੇ, ਨਾ ਕਿ ਤੁਹਾਡੀ ਮਰਦਾਨਗੀ ਨੂੰ ਘਟਾਵੇ। ਅਤੇ ਜਦੋਂ ਆਪਾਂ ਆਯੁਰਵੇਦ ਦੇ ਅਕੋਰਡਿੰਗ ਸਰ ਗੱਲ ਕਰਦੇ ਹੈਗੇ ਆ ਵੀ ਆਪਾਂ ਕਿਹੜੀ ਐਕਸਰਸਾਈਜ਼ ਕਰ ਸਕਦੇ ਹੈਗੇ ਆ, ਇੱਦਾਂ ਦੀ ਸਾਡੇ ਸਰੀਰ ਦੀ ਕਿਹੜੀ ਉਹ ਕਸਰਤ ਆ, ਕਿਹੜਾ ਵਿਆਯਾਮ ਹੈਗਾ ਆ ਜਿਹਦੇ ਨਾਲ ਸਾਨੂੰ ਸਾਡੀ ਇਹ ਪ੍ਰੋਬਲਮ ਜੜ੍ਹ ਤੋਂ ਖਤਮ ਹੋ ਸਕਦੀ ਹੈ ਜਾਂ ਸਾਡੀ ਸਹਾਇਤਾ ਹੋ ਸਕਦੀ ਹੈ। ਇਹਦੇ ਵਿੱਚ ਸਰ ਤ੍ਰਿਬੰਧ ਪ੍ਰਾਣਾਯਾਮ ਆਉਂਦਾ ਹੈਗਾ ਜੀ। ਤ੍ਰਿਬੰਧ ਇਹ 3 ਹੁੰਦੇ ਹੈਗੇ ਆ ਜੀ। ਇਹਦੇ ਵਿੱਚ ਇੱਕ ਜਾਲੰਧਰ ਬੰਦ ਹੁੰਦਾ, ਇੱਕ ਉਡਿਆਨ ਬੰਦ ਹੁੰਦਾ ਅਤੇ ਤੀਜਾ ਜਿਹੜਾ ਹੈਗਾ ਉਹ ਮੂਲ ਬੰਦ ਹੁੰਦਾ ਹੈ। ਮੂਲ ਬੰਦ ਜਿਹੜਾ ਹੈਗਾ ਜੀ ਉਹ ਮੇਨ ਆ ਸਾਡੀ ਸੈਕਸੁਅਲ ਵੀਕਨੈਸ ਦੂਰ ਕਰਨ ਦੇ ਲਈ। ਇਹਨੂੰ ਆਪਾਂ ਜਦੋਂ ਇਹ ਐਕਸਰਸਾਈਜ਼ ਕਰਨੀ ਹੈਗੀ ਆ, ਆਪਾਂ ਬਿਲਕੁਲ ਸੁੱਖ ਆਸਣ ਦੇ ਵਿੱਚ ਬੈਠ ਜਾਣਾ। ਆਪਾਂ ਜ਼ਮੀਨ 'ਤੇ ਬੈਠ ਗਏ। ਜ਼ਮੀਨ 'ਤੇ ਬੈਠਣ ਤੋਂ ਬਾਅਦ ਸਰ ਜਿਹੜਾ ਸਾਡਾ ਮਲ ਦੁਆਰ ਆ ਔਰ ਜਿਹੜਾ ਸਾਡਾ ਮੂਤਰ ਦੁਆਰ ਹੈਗਾ, ਮਤਲਬ ਗੁਦਾ ਔਰ ਮੂਤਰ ਦੁਆਰ ਦੇ ਜਿਹੜੀ ਵਿਚਕਾਰ ਵਾਲੀ ਜਗ੍ਹਾ ਹੁੰਦੀ ਆ, ਆਪਾਂ ਨੂੰ ਸਿਕੋੜਨਾ ਹੁੰਦਾ ਹੈਗਾ ਜੀ, ਸੰਕੁਚਿਤ ਕਰਨਾ ਹੁੰਦਾ। ਸੰਕੁਚਿਤ ਕਰਕੇ ਆਪਾਂ ਮੰਨ ਲਓ 2 4 5 10 ਸੈਕਿੰਡ ਦੇ ਲਈ ਆਪਾਂ ਉਹਨੂੰ ਸੰਕੁਚਿਤ ਕਰਕੇ ਰੱਖਣਾ ਹੁੰਦਾ। ਉਸ ਤੋਂ ਬਾਅਦ ਆਪਾਂ ਨੋਰਮਲ ਹੋ ਗਏ, ਫਿਰ ਸੰਕੁਚਿਤ ਕਰਨਾ, ਫਿਰ ਆਪਾਂ ਨੋਰਮਲ ਹੋ ਜਾਣਾ। ਮੰਨ ਲਓ ਉਹ ਜਿਹੜੀ ਆਪਾਂ ਸੰਕੁਚਿਤ ਕਰਦੇ ਹਾਂ ਤਾਂ ਫਿਰ ਉਹਨੂੰ ਆਪਾਂ ਛੱਡ ਦਿੰਦੇ ਹੈਗੇ ਹਾਂ। ਇਸ ਤਰੀਕੇ ਦੇ ਨਾਲ ਆਪਾਂ ਬੈਠੇ ਹਾਂ ਸੁੱਖ ਆਸਣ ਦੇ ਵਿੱਚ। ਇੱਕ ਵਾਰ ਮੈਂ ਫਿਰ ਤੋਂ ਰਿਪੀਟ ਕਰਾਂ, ਮਲ ਦੁਆਰ ਔਰ ਮੂਤਰ ਦੁਆਰ ਜਿਹੜਾ ਹੈਗਾ ਆ, ਇਹਦੇ ਦਰਮਿਆਨ ਵਾਲੀ ਜਗ੍ਹਾ ਹੈਗੀ, ਉੱਤੇ ਪ੍ਰੈਸ਼ਰ ਪਾਉਣਾ ਹੁੰਦਾ ਆ ਔਰ ਉਹਨੂੰ ਸੰਕੁਚਿਤ ਕਰਨਾ ਹੁੰਦਾ ਆ। ਸੰਕੁਚਿਤ ਕਰਕੇ 10 ਕੁ ਸਕਿੰਟ ਤੱਕ ਜੇ ਆਪਾਂ ਰੋਕ ਸਕਦੇ ਹੈਗੇ ਹਾਂ ਸੰਕੁਚਿਤ ਕਰਕੇ ਤਾਂ ਰੋਕਣਾ ਹੈ, ਉਸ ਤੋਂ ਬਾਅਦ ਛੱਡ ਦੇਣਾ। ਇੱਦਾਂ ਆਪਾਂ 10 ਤੋਂ 20 ਵਾਰੀ ਰੋਜ਼ਾਨਾ ਇੱਕ ਟਾਈਮ 'ਤੇ ਬੈਠ ਕੇ ਆਪਾਂ ਕਰਨਾ ਹੈਗਾ, ਜਾਂ 2 ਤੋਂ 3 ਮਿੰਟ ਕਰਨਾ ਹੈਗਾ। ਔਰ ਇਸ ਤੋਂ ਬਾਅਦ ਦਿਨ ਦੇ ਵਿੱਚ ਆਪਾਂ ਜਦੋਂ ਵੀ ਸਾਨੂੰ ਸਮਾਂ ਮਿਲੇ 2 ਵਾਰੀ ਜਾਂ 4 ਵਾਰੀ ਆਪਾਂ ਅਗਰ ਇਹ ਐਕਸਰਸਾਈਜ਼ ਕਰਦੇ ਹੈਗੇ ਆ ਤਾਂ ਇਸ ਐਕਸਰਸਾਈਜ਼ ਦੇ ਨਾਲ ਬੰਦਾ ਜਿਹੜਾ ਹੈਗਾ ਆ ਉਹਦੀ ਮਰਦਾਨਗੀ ਵਾਪਸ ਆਉਣੀ ਸ਼ੁਰੂ ਹੋ ਜਾਂਦੇ ਆ ਔਰ ਉਹ ਬੰਦਾ ਜਿਹੜਾ ਹੈਗਾ ਆ ਉਹਦੀਆਂ ਸੈਕਸੁਅਲ ਵੀਕਨੈਸ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਘੱਟ ਕਰਨ ਦੇ ਵਿੱਚ ਇਹ ਮੂਲ ਬੰਦ ਪ੍ਰਾਣਾਯਾਮ ਜਿਹੜਾ ਹੈਗਾ ਆ ਇਹ ਬਿਲਕੁਲ ਸਾਡੀ ਸਹਾਇਤਾ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ। ਸਰ ਇਸ ਤੋਂ ਇਲਾਵਾ ਜਿਸ ਮਸਲੇ 'ਤੇ ਹੁਣ ਗੱਲ ਕਰਨ ਲੱਗਾ ਉਹ ਬਹੁਤ ਹੀ ਜ਼ਿਆਦਾ ਗੰਭੀਰ ਆ। ਜੇਕਰ ਗੱਲ ਕੀਤੀ ਜਾਵੇ ਪੁਰਾਤਨ ਸਮੇਂ ਦੇ ਵਿੱਚ ਜਿਹੜੀ ਭਲਵਾਨੀ ਸੀ ਉਹ ਡਿਫਰੈਂਟ ਸੀ, ਪਰ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਭਲਵਾਨੀ ਆ ਜਾਂ ਜਿਹੜੀ ਬੋਡੀ ਬਿਲਡਿੰਗ ਆ ਉਹ ਡਿਫਰੈਂਟ ਹੁੰਦੀ ਜਾ ਰਹੀ ਆ। 18 ਸਾਲ ਦੇ ਮੁੰਡੇ ਜਿਮ ਦੇ ਵਿੱਚ ਜਾਂਦੇ ਆ ਤੇ ਟ੍ਰੇਨਰਾਂ ਵੱਲੋਂ ਉਹਨਾਂ ਨੂੰ ਸਟੀਰੋਇਡਸ ਦੇ ਦਿੱਤੇ ਜਾਂਦੇ ਆ ਤੇ ਬਹੁਤ ਸਾਰੀਆਂ ਸਮੱਸਿਆਵਾਂ। ਪਹਿਲਾਂ ਤਾਂ ਉਹ ਸਟੀਰੋਇਡਸ ਉਹਨਾਂ ਦਾ ਟੈਸਟੋਸਟੈਰੋਨ ਜਿਹੜਾ ਬੂਸਟ ਕਰ ਦਿੰਦੇ ਆ, ਪਰ ਜਦ ਉਹ ਸਟੀਰੋਇਡ ਛੱਡਦੇ ਆ ਫਿਰ ਇੱਕਦਮ ਹੀ ਜਿਹੜਾ ਟੈਸਟੋਸਟੈਰੋਨ ਆ ਨਿਲ ਹੋ ਜਾਂਦਾ। ਇਸ ਸਮੱਸਿਆ ਦੇ ਉੱਤੇ ਕੀ ਕਹਿਣਾ ਚਾਹੋਗੇ? ਕਿਉਂਕਿ ਬਹੁਤ ਸਾਰੇ ਵਿਆਹੁਤਾ ਜੀਵਨ ਤੋਂ ਬਾਅਦ ਇਸ ਚੀਜ਼ ਨੂੰ ਜਿਹੜਾ ਵਾ ਨਾ ਗੁਪਤ ਰੱਖਦੇ ਆ ਵੀ ਕਿਤੇ ਬਦਨਾਮੀ ਨਾ ਹੋ ਜਾਵੇ ਵੀ ਅਸੀਂ ਇੱਕ ਪਾਸੇ ਤੇ ਬੋਡੀ ਬਿਲਡਿੰਗ ਕਰ ਰਹੇ ਆ, ਚੰਗੇ ਮਸਲਸ ਬਣਾਏ ਹੋਏ ਆ ਸਟੀਰੋਇਡਸ ਲਾ ਕੇ, ਤੇ ਬਾਅਦ ਵਿੱਚ ਜਿਹੜਾ ਵਾ ਟੈਸਟੋਸਟੈਰੋਨ ਨਿਲ ਲਿਆ ਜਾਂ ਬੱਚਾ ਨਹੀਂ ਪੈਦਾ ਕਰ ਪਾਉਂਦੇ। ਇਸ ਸਮੱਸਿਆ ਦੇ ਉੱਤੇ ਕੀ ਕਹਿਣਾ ਚਾਹੋਗੇ ਜੀ? ਦੇਖੋ ਸਰ, ਇਹ ਜਿਹੜਾ ਤੁਸੀਂ ਬਹੁਤ ਸਾਰੇ ਲੋਕਾਂ ਦੀ ਦੁੱਖ ਦੀ ਰਗ 'ਤੇ ਹੱਥ ਰੱਖਿਆ ਜੀ, ਕਿਉਂਕਿ ਬੰਦੇ ਜਿਹੜੇ ਹੈਗੇ ਅੱਜ ਦਾ ਯੂਥ ਆ ਜਿਹੜਾ ਉਹ ਰਿਸ਼ਟ ਪੁਸ਼ਟ ਦਿਖਣਾ ਚਾਹੁੰਦਾ,
ਰਿਸ਼ਟ ਪੁਸ਼ਟ ਦਿਖਣ ਦੇ ਲਈ ਉਹ ਕੁਦਰਤੀ ਐਕਸਰਸਾਈਜ਼ ਆ ਜਿਹੜੀ ਉਹਨੂੰ ਤਰਜੀਹ ਨਹੀਂ ਦੇ ਰਿਹਾ। ਗਰਾਊਂਡ ਦੇ ਵਿੱਚ ਜਾ ਕੇ ਕਸਰਤ ਨਹੀਂ ਹੋ ਰਹੀ। ਗਰਾਊਂਡ ਦੇ ਵਿੱਚ ਜਾ ਕੇ ਨਾ ਉਹ ਦੌੜ ਲਾ ਰਿਹਾ, ਨਾ ਉਹ ਬੰਦਾ ਡੰਡ ਬੈਠਕਾਂ ਕਰ ਰਿਹਾ, ਨਾ ਉਹ ਬੰਦਾ ਜਿਹੜਾ ਹੈਗਾ ਕੋਈ ਗੇਮ ਦੇ ਉੱਤੇ ਧਿਆਨ ਦੇ ਰਿਹਾ। ਮੱਥਾ ਕਿਹਦੇ ਨਾਲ ਵੱਜ ਰਿਹਾ? ਲੋਹੇ ਦੇ ਨਾਲ। ਹੁਣ ਲੋਹਾ ਜਿਹੜਾ ਹੈਗਾ ਆ ਉਹ ਸਾਡੇ ਸਰੀਰ ਨੂੰ ਪੁਸ਼ ਤਾਂ ਕਰਦਾ, ਲੇਕਿਨ ਜਿਵੇਂ ਤੁਸੀਂ ਖੁਰਾਕ ਦੀ ਗੱਲ ਕੀਤੀ ਹੈਗੀ ਵੀ ਸਟੀਰੋਇਡ ਜਿਹੜੇ ਹੈਗੇ ਉਹ ਦੇ ਦਿੱਤੇ ਜਾਂਦੇ ਆ, ਜਾਂ ਆਰਟੀਫਿਸ਼ੀਅਲ ਪ੍ਰੋਟੀਨ ਜਿਹੜਾ ਹੈਗਾ ਆ ਉਹ ਬੰਦੇ ਨੂੰ ਉਹ ਦੇਣਾ ਸ਼ੁਰੂ ਕਰ ਦਿੰਦੇ ਆ। ਉਹਦੇ ਨਾਲ ਕੀ ਹੈਗਾ, ਸਰੀਰ ਬਿਲਕੁਲ ਗਠੀਲਾ ਹੋ ਜਾਂਦਾ, ਵਜ਼ਨ ਬਹੁਤ ਚੁੱਕ ਲੈਂਦੇ ਹੈਗੇ ਆ, ਹੈ ਨਾ। ਉਹ ਬੜੀ ਖੁਸ਼ੀ ਦੇ ਨਾਲ ਦੱਸਦੇ ਆ ਵੀ ਬੈਂਚ ਪ੍ਰੈਸ ਇੰਨੇ ਕਿਲੋ ਦੀ ਮੈਂ ਮਾਰ ਲੈਂਦਾ, ਜਾਂ ਆਹ ਚੀਜ਼ ਹੋ ਜਾਂਦੀ ਆ। ਸਰੀਰ ਰਿਸ਼ਟ ਪੁਸ਼ਟ ਆ, ਲੇਕਿਨ ਸੈਕਸ ਦੇ ਪੱਖੋਂ ਬੰਦਾ ਜਿਹੜਾ ਹੈਗਾ ਆ ਹੌਲੀ ਹੌਲੀ ਕਮਜ਼ੋਰ ਹੁੰਦਾ ਜਾਂਦਾ, ਕਿਉਂਕਿ ਉਹ ਜਿਹੜਾ ਸਟੀਰੋਇਡ ਆਪਾਂ ਖਾ ਰਹੇ ਹਾਂ, ਹੈ ਨਾ। ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਉਹ ਸੋਇਆ ਦੀਆਂ ਬਣੀਆਂ, ਸੋਇਆ ਮਿਲਕ, ਸੋਇਆ ਪਨੀਰ, ਸੋਇਆ ਚਾਂਪ, ਸੋਇਆ ਇਹ, ਸੋਇਆ ਉਹ ਸਾਰਾ ਉਹ ਇਨਟੇਕ ਕਰ ਰਹੇ ਆ। ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਇਹ ਵੀ ਆ ਸਾਡੇ ਜਿਹੜੇ ਮਰਦਾਨਗੀ ਦੇ ਹਾਰਮੋਨਸ ਨਿਲ ਹੋਣ ਦਾ ਜਾਂ ਘੱਟ ਹੋਣ ਦਾ, ਕਿਉਂਕਿ ਜਿਹੜਾ ਸੋਇਆ ਹੈਗਾ, ਸੋਇਆਬੀਨ ਆ ਜਿਹੜੀ, ਉਹ ਬਣੀ ਨਹੀਂ ਹੈ ਇਨਸਾਨ ਦੇ ਲਈ, ਉਹ ਚੀਜ਼ ਹੀ ਨਹੀਂ ਹੈ, ਲੇਕਿਨ ਖਾ ਰਹੇ ਆ। ਉਹ ਸੋਇਆਬੀਨ ਨੂੰ ਪਚਾਉਣ ਵਾਲਾ ਐਂਜ਼ਾਈਮ ਹੀ ਹੈ ਨਹੀਂ ਇਨਸਾਨ ਦੇ ਵਿੱਚ। ਉਹ ਸਿਰਫ ਇੱਕ ਜਾਨਵਰ ਦੇ ਵਿੱਚ ਆ, ਉਹ ਸੂਰ ਆ ਜਿਹੜਾ ਉਹਨੂੰ ਪਚਾ ਸਕਦਾ ਹੈ, ਲੇਕਿਨ ਉਹ ਖਾ ਰਹੇ ਆ, ਮਰਦ ਖਾ ਰਹੇ ਆ। ਔਰ ਉਹਦੇ ਵਿੱਚ ਜਿਹੜਾ ਲੇਡੀਜ਼ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਹਾਰਮੋਨ ਹੈ ਜਿਹਨੂੰ ਆਪਾਂ ਇਰੈਸਟਰੋਜਨ ਕਹਿੰਦੇ ਹੈਗੇ। ਜਿਹੜਾ ਇਰੈਸਟਰੋਜਨ ਹੈ ਉਹਦੀ ਮਾਤਰਾ ਸੋਇਆਬੀਨ ਦੇ ਵਿੱਚ ਜ਼ਿਆਦਾ ਹੁੰਦੀ ਹੈ। ਔਰ ਜਦੋਂ ਮਰਦਾਂ ਨੇ ਖਾਣਾ ਸਰ, ਤੇ ਮਰਦਾਂ ਦੇ ਵਿੱਚ ਫੀਮੇਲ ਹਾਰਮੋਨ ਜਿਹੜਾ ਉਹ ਵੱਧ ਜਾਂਦਾ ਹੈ। ਜਦੋਂ ਉਹ ਵਧਣਾ ਤਾਂ ਜਿਹੜਾ ਮੇਲ ਹਾਰਮੋਨ ਹੈ ਜਿਹਨੂੰ ਆਪਾਂ ਟੈਸਟੋਸਟੈਰੋਨ ਕਹਿੰਦੇ ਹੈਗੇ ਆ, ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ। ਔਰ ਜਿਵੇਂ ਜਿਵੇਂ ਉਹ ਡਾਊਨ ਹੁੰਦਾ, ਜਿਵੇਂ ਜਿਵੇਂ ਉਹਦਾ ਲੈਵਲ ਘਟਣਾ ਸ਼ੁਰੂ ਹੁੰਦਾ ਆ, ਉਹ ਫਿਰ ਬੰਦਾ ਜਿਹੜਾ ਹੈਗਾ ਆ ਉਹ ਨਪੁੰਸਕਤਾ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹਦੀ ਲਿੰਗ ਦਾ ਸਾਈਜ਼ ਵੀ ਛੋਟਾ ਹੋਣਾ, ਸ਼ਰਿੰਕ ਹੋ ਜਾਣਾ, ਪਤਲਾਪਨ ਆ ਜਾਣਾ। ਉਹਦੇ 'ਚ ਉਤੇਜਨਾ ਦੀ ਕਮੀ, ਜਿੱਦਾਂ ਜਿੱਦਾਂ ਜਿਹੜਾ ਹੈਗਾ ਆ ਮਰਦਾਨਗੀ ਵਾਲਾ ਹਾਰਮੋਨ ਘਟੀ ਜਾਣਾ। ਦੇਖਣ ਨੂੰ ਮਰਦ ਹੈ, ਲੇਕਿਨ ਮਰਦਾਨਗੀ ਵਾਲਾ ਹਾਰਮੋਨ ਹੈ ਨਹੀਂ ਉਸ ਬੰਦੇ ਦੇ ਵਿੱਚ। ਜਿਵੇਂ ਜਿਵੇਂ ਉਹ ਘਟ ਰਿਹਾ, ਉਹਦੀ ਮਰਦਾਨਗੀ ਖਤਮ ਹੁੰਦੀ ਜਾਣੀ ਆ। ਵਿਆਹੁਤਾ ਜੀਵਨ ਦਾ ਆਨੰਦ ਬਿਲਕੁਲ ਨਹੀਂ ਮਾਣ ਸਕਦੇ ਉਹ ਲੋਕ ਜਿਹੜੇ ਹੈਗੇ ਆ ਇਰੈਸਟਰੋਜਨ ਵਧਣ ਦੇ ਕਾਰਨ, ਕਿਉਂਕਿ ਫੀਮੇਲ ਹਾਰਮੋਨ ਆ। ਔਰ ਜੇ ਬੰਦੇ ਦੇ ਵਿੱਚ ਵੱਧ ਗਿਆ ਫਿਰ ਨੁਕਸਾਨ ਹੋਣਾ ਹੈ ਬੰਦੇ ਨੂੰ। ਔਰ ਉਹਦੇ ਨਾਲ ਕੀ ਹੁੰਦਾ ਹੈ, ਜਿਹੜਾ ਸਾਡਾ ਮੇਨ 2 ਤੋਂ ਆਪਾਂ 8 ਤੱਕ ਜਿਹੜਾ ਹੈਗਾ ਆ, ਜਾਂ ਉਮਰ ਦੇ ਲਿਹਾਜ਼ ਦੇ ਨਾਲ ਇਹ ਜਿਹੜੇ ਮੇਲ ਹਾਰਮੋਨਸ ਹੁੰਦੇ ਆ, ਇਹਨਾਂ ਦੀ ਪਰਸੈਂਟੇਜ ਵੱਧਦੀ ਘਟਦੀ ਰਹਿੰਦੀ ਉਮਰ ਦੇ ਲਿਹਾਜ਼ ਨਾਲ। 18 ਤੋਂ 24 ਦੀ ਹੋ ਰਿਹਾ, 25 ਤੋਂ 30 ਦੀ ਹੋ ਰਿਹਾ, 30 ਤੋਂ 40 ਦੀ ਹੋ ਰਿਹਾ, ਉੱਪਰ ਜਾ ਕੇ ਕੁਝ ਹੋ ਰਿਹਾ। ਇਹ ਜਿਹੜਾ ਹੈਗਾ ਆ, ਇੰਨੀਆਂ ਲੰਬੀਆਂ ਗੱਲਾਂ ਆਪਾਂ ਡਿਟੇਲ 'ਚ ਜਾ ਨਹੀਂ ਸਕਦੇ ਵੀਡੀਓ ਦੇ ਵਿੱਚ, ਲੇਕਿਨ ਇਹਦਾ ਟੈਸਟੋਸਟੈਰੋਨ ਜਿਹੜਾ ਹੈਗਾ ਉਹਦਾ ਲੈਵਲ ਵੀ ਵੱਖਰਾ ਵੱਖਰਾ ਹੁੰਦਾ ਆ। ਲੇਕਿਨ ਜਿੱਦਾਂ ਜਿੱਦਾਂ ਇਹ ਘਟਦਾ ਜਾਂਦਾ, ਇੱਕ ਤਾਂ ਖਾਸ ਗੱਲ ਇਹ ਹੈਗੀ ਆ ਜੀ, ਹਰ 30 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਬੰਦੇ ਦਾ ਜਿਹੜਾ ਹੈਗਾ ਆ ਉਹ 0.1% ਜਿਹੜਾ ਹੈਗਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਮੇਲ ਹਾਰਮੋਨ ਹੈ ਉੱਦਾਂ ਹੀ ਘਟ ਰਿਹਾ। ਉੱਤੋਂ ਅਸੀਂ ਖੁਰਾਕ ਉਹ ਲੈ ਰਹੇ ਹਾਂ ਜਿਸ ਖੁਰਾਕ ਨੇ ਬਿਲਕੁਲ ਸਾਨੂੰ ਨਾਮਰਦ ਕਰ ਦੇਣਾ ਹੁੰਦਾ ਹੈਗਾ। ਅਤੇ ਦੇਖੋ ਉਹਦੇ ਨਾਲ ਬੰਦਾ ਜਿਹੜਾ ਹੈਗਾ ਜੀ, ਜਦੋਂ ਮਰਦਾਨਗੀ ਵਾਲੇ ਹਾਰਮੋਨ ਘਟਦੇ ਆ ਤਾਂ ਉਹਨਾਂ ਨੂੰ ਵੀ ਫਿਰ ਇਹ ਜਿਹੜੀ ਹੈਗੀ ਆ ਵਿਆਹੁਤਾ ਜੀਵਨ ਦਾ ਆਨੰਦ ਮਾਣਨ ਦੀ ਜਾਂ ਸੰਭੋਗਿਕ ਕਿਰਿਆ ਦੇ ਵਿੱਚ ਜਾ ਕੇ ਫਿਰ ਉਹ ਵੀ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦੇ ਹੈਗੇ। ਉਹ ਸੈਕਸ ਦਾ ਆਨੰਦ ਨਹੀਂ ਮਾਣ ਸਕਦੇ। ਕੁਦਰਤ ਦੀ ਦੇਣ ਆ, ਉਹ ਕਮੀ ਕਮਜ਼ੋਰੀ ਆ ਜਾਂਦੀ ਹੈਗੀ ਆ ਜੀ। ਅਤੇ ਦੇਖੋ ਫਿਰ ਆਪਾਂ ਦਵਾਈਆਂ ਵਾਲੇ ਪਾਸੇ ਨੂੰ ਆ ਜਾਂਦੇ ਹੈਗੇ ਆ। ਫਿਰ ਦਵਾਈਆਂ ਖਾ ਕੇ ਹੀ ਆਪਾਂ ਜਿਹੜਾ ਹੈਗਾ ਆ ਆਪਣੀਆਂ ਇਹ ਪ੍ਰੋਬਲਮਾਂ ਸੋਲਵ ਕਰ ਸਕਦੇ ਹਾਂ। ਸਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ, ਚਾਹੇ ਕਿਸੇ ਵੀ ਜੋ ਤੁਸੀਂ ਸਮੱਸਿਆਵਾਂ ਦੱਸੀਆਂ ਵਾ, ਜਾਂ ਜਿਹੜੇ ਕਿਸੇ ਵੀ ਤਰੀਕੇ ਦੀ ਮਰਦਾਨਾ ਕਮਜ਼ੋਰੀ ਦੇ ਨਾਲ ਸੰਬੰਧਿਤ ਸਮੱਸਿਆ ਦੇ ਨਾਲ ਪੀੜਤ ਆ, ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ, ਜਾਂ ਕਿਸੇ ਤਰੀਕੇ ਦੀ ਮੈਡੀਸਿਨ, ਜਿਸ ਤਰ੍ਹਾਂ ਕਿ ਤੁਸੀਂ PCOD ਜਾਂ ਹੋਰ ਸਮੱਸਿਆਵਾਂ ਦੇ ਲਈ ਮਹਿਲਾਵਾਂ ਦੇ ਲਈ ਮੈਡੀਸਿਨ ਤਿਆਰ ਕੀਤੀ ਸੀ, ਮਰਦਾਂ ਦੇ ਲਈ ਕੋਈ ਮੈਡੀਸਿਨ ਤਿਆਰ ਕੀਤੀ ਹੋਵੇ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਦੇਖੋ ਸਰ, ਅਸੀਂ ਗ੍ਰੇਟ ਪਾਥ ਆਯੁਰਵੇਦ ਦਾ ਫਗਵਾੜਾ ਦੇ ਵਿੱਚ ਨਾ ਹਰ ਬਿਮਾਰੀ ਦਾ ਇਲਾਜ ਕਰਦੇ ਹਾਂ, ਜਿੱਦਾਂ ਦੀ ਮਰਜ਼ੀ ਬਿਮਾਰੀ ਹੋਵੇ। ਉਹਦੇ ਵਿੱਚ ਜਿੱਦਾਂ ਜੇ ਲੇਡੀਜ਼ ਦੀਆਂ ਸਮੱਸਿਆਵਾਂ ਹੈਗੀਆਂ, ਚਾਹੇ ਉਹ ਰਸੌਲੀਆਂ ਟਾਈਪ ਆ, PCOD ਆ, ਕੋਈ ਵੀ ਸਮੱਸਿਆ ਲੇਡੀਜ਼ ਨੂੰ ਆਉਂਦੀ ਆ ਜਾਂ ਜੈਂਟਸ ਨੂੰ ਆਉਂਦੀ ਹੈਗੀ, ਅਸੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਜੈਂਟਸ ਦੀ ਦੇਖੋ ਜਿਹੜੀ ਮਰਦਾਨਾ ਕਮਜ਼ੋਰੀ ਦੀ ਆਪਾਂ ਗੱਲ ਕਰਦੇ ਹੈਗੇ ਹਾਂ, ਮਰਦਾਨਾ ਕਮਜ਼ੋਰੀ ਦੇ ਵਿੱਚ ਸ਼ੀਗਰ ਪਤਨ ਹੋ ਗਿਆ, ਧਾਤ ਦੀ ਸਮੱਸਿਆ ਆ ਗਈ, ਜਿਹੜਾ ਹੈਗਾ ਆ ਜੀ ਉਹ ਉਤੇਜਨਾ ਦੀ ਕਮੀ ਆ, ਨਸਾਂ ਦਾ ਢਿੱਲਾਪਨ ਆ, ਤਣਾਵ ਨਹੀਂ ਆ ਰਿਹਾ ਪ੍ਰੋਪਰ,
ਇਹ ਇਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਇਹਦੀ ਵੀ ਦਵਾਈ ਹੈਗੀ ਆ। ਵਾਤ ਪਿੱਤ ਕਫ ਦੇ ਅਕੋਰਡਿੰਗ ਅਸੀਂ ਡਾਈਟ ਚਾਰਟ ਬਣਾ ਕੇ ਦਿੰਦੇ ਆ, ਉਹਦੇ ਮੁਤਾਬਕ ਹੀ ਅਸੀਂ ਦਵਾਈ ਤਿਆਰ ਕਰਦੇ ਹੈਗੇ ਆ, ਉਹ ਜਿਹੜੀ ਅਸੀਂ ਖਾਣ ਨੂੰ ਦੇਣੀ ਹੁੰਦੀ ਆ। ਇਸ ਤੋਂ ਇਲਾਵਾ ਸਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜੇ ਸਾਡੇ ਸਪਰਮ ਹੈਗੇ ਆ, ਸਪਰਮ ਵਧਾਉਣ ਦੇ ਲਈ ਦਵਾਈ ਜਿਹੜੀ ਉਹ ਬਿਲਕੁਲ ਅਲੱਗ ਹੁੰਦੀ ਆ। ਦੇਖੋ ਸੈਕਸੁਅਲ ਵੀਕਨੈਸ ਤੋਂ ਦਵਾਈ ਜਿਹੜੀ ਹੈਗੀ ਆ ਆਪਾਂ ਉਹਦੇ ਵਿੱਚ ਗਰਮ ਤਸੀਰ ਦੀਆਂ ਚੀਜ਼ਾਂ ਪਾ ਸਕਦੇ ਆ, ਕਿਉਂਕਿ ਗਰਮ ਤਸੀਰ ਦੀਆਂ ਚੀਜ਼ਾਂ ਨੇ ਹੀ ਸੈਕਸ ਜਿਹੜਾ ਹੈਗਾ ਉਹ ਵਧਾਉਣਾ ਹੁੰਦਾ ਹੈ, ਲੇਕਿਨ ਉਹਨੂੰ ਆਪਾਂ ਸਮ ਕਰਨ ਦੇ ਲਈ ਵਿੱਚ ਠੰਡੀ ਤਸੀਰ ਦੀਆਂ ਭਸਮਾਂ ਜਿਹੜੀਆਂ ਆ ਉਹ ਐਡ ਆਨ ਕਰਦੇ ਆ ਤਾਂ ਕਿ ਗਰਮ ਤਸੀਰ ਦਾ ਬੰਦਾ ਵੀ ਖਾ ਸਕੇ। ਲੇਕਿਨ ਜਿਹੜੀ ਇਹ ਸਪਰਮ ਵਧਾਉਣ ਵਾਲੀ ਦਵਾਈ ਹੁੰਦੀ ਆ, ਇਹ ਜਿਹੜੀਆਂ ਦਵਾਈਆਂ ਆ ਇਹ ਠੰਡੀ ਤਸੀਰ ਦੀਆਂ ਹੁੰਦੀਆਂ, ਇਹਦੇ ਵਿੱਚ ਕੁਝ ਹੋਰ ਚੀਜ਼ਾਂ ਸਾਨੂੰ ਪਾਉਣੀਆਂ ਪੈਂਦੀਆਂ ਆ ਤਾਂ ਕਿ ਜਿਹੜੀ ਬੰਦੇ ਦੀ ਪ੍ਰੋਬਲਮ ਆ ਰਹੀ ਆ ਐਜ਼ੋਸਪਰਮੀਆ ਦੀ, ਨਿਲ ਸ਼ੁਕਰਾਣੂ ਦੀ, ਘੱਟ ਸ਼ੁਕਰਾਣੂ ਦੀ, ਉਹਨੂੰ ਅਸੀਂ ਵਧਾਉਣਾ ਸ਼ੁਰੂ ਕਰ ਦਈਏ। ਇਹ ਦਵਾਈਆਂ ਸਰ ਅਸੀਂ ਤਿਆਰ ਕਰਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਤੁਸੀਂ ਆਪਾਂ ਮੇਲ ਹਾਰਮੋਨਸ ਦੀ ਗੱਲ ਕੀਤੀ ਆ, ਮਰਦਾਨਗੀ ਵਾਲੇ ਜਿਹੜੇ ਸਾਡੇ ਹਾਰਮੋਨਸ ਹੈਗੇ ਆ ਉਹਨਾਂ ਦੀ ਗੱਲ ਜਿਹੜੀ ਕਰਦੇ ਹੈਗੇ ਆ, ਉਹਦੇ ਲਈ ਦਵਾਈਆਂ ਜਿਹੜੀਆਂ ਹੈਗੀਆਂ ਉਹ ਅਲੱਗ ਹੁੰਦੀਆਂ ਹੈਗੀਆਂ, ਉਹ ਦਵਾਈਆਂ ਵੀ ਅਸੀਂ ਤਿਆਰ ਕਰਦੇ ਹੈਗੇ ਆ। ਮੰਨ ਲਓ ਜੇ ਆਪਾਂ ਜੈਂਟਸ ਦੀ ਗੱਲ ਕਰੀਏ, ਜੇ ਇਹ 3 ਪ੍ਰਕਾਰ ਦੀ ਵੀਕਨੈਸ ਜਿਹੜੀ ਹੈਗੀ ਆ, ਨੋਰਮਲ ਮਰਦਾਨਾ ਕਮਜ਼ੋਰੀ, ਟੈਸਟੋਸਟੇਰੋਨ ਦਾ ਲੈਵਲ ਘਟ ਜਾਣਾ ਜਾਂ ਨਿਲ ਸ਼ੁਕਰਾਣੂ ਹੋ ਜਾਣਾ, ਇਹ 3 ਅਲੱਗ-ਅਲੱਗ ਸਮੱਸਿਆਵਾਂ ਆ ਔਰ ਇਹਨਾਂ 3 ਅਲੱਗ-ਅਲੱਗ ਸਮੱਸਿਆਵਾਂ ਦੀ ਅਸੀਂ ਦਵਾਈ ਜਿਹੜੀ ਹੈਗੀ ਉਹ ਤਿਆਰ ਕਰਦੇ ਆ। ਇਹਦੇ ਵਿੱਚ ਇਹ ਬਲ ਵਰਧਕ, ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਵੀ ਬਲ ਵਰਧਕ ਪਾਊਡਰ ਜਿਹੜਾ ਹੈਗਾ ਆ ਇਹ ਆਉਂਦਾ ਹੈਗਾ ਆ, ਕੈਪਸੂਲ ਵੀ ਤਿਆਰ ਕੀਤੇ ਹੈਗੇ ਆ ਅਸੀਂ। ਇਹ ਪਾਊਡਰ ਹੈਗਾ ਆ ਕਿਉਂਕਿ ਜਿਹੜੀ ਕਮਜ਼ੋਰੀ ਹੁੰਦੀ ਹੈ ਨਾ, ਹਰ ਬੰਦੇ ਦੀ ਆਪਣੀ ਵੱਖਰੀ ਕਮਜ਼ੋਰੀ ਆ, ਕਿਸੇ ਨੂੰ ਜ਼ਿਆਦਾ ਆ, ਕਿਸੇ ਨੂੰ ਬਹੁਤ ਘੱਟ ਆ, ਕੋਈ ਵਿਚਾਲੇ ਜਿਹੇ ਬੈਠਾ, ਕੋਈ ਐਦਾਂ ਦਾ ਬੰਦਾ ਹੈਗਾ ਜਿਹੜਾ ਇੰਜੋਏ ਕਰਨਾ ਚਾਹੁੰਦਾ, ਉਹਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਪਾਵਰ ਚਾਹੀਦੀ ਆ, ਤੇ ਅਸੀਂ ਉਹਦੇ ਮੁਤਾਬਕ ਇਹ ਪਾਊਡਰ ਜਿਹੜਾ ਹੈਗਾ ਹੈ ਤਿਆਰ ਕੀਤਾ ਸੀ। ਇਹਦੇ ਨਾਲ ਅਸੀਂ ਜਿਹੜੀ ਡੋਜ਼ ਆ ਇਹਨੂੰ ਘੱਟ ਵੱਧ ਕਰ ਸਕਦੇ ਹਾਂ, ਹੈ ਨਾ। ਪਹਿਲਾਂ ਅਸੀਂ ਇੱਕ ਕੈਪਸੂਲ ਦੇ ਰੂਪ ਵਿੱਚ ਵੀ ਇਹ ਦਵਾਈ ਤਿਆਰ ਕੀਤੀ ਹੈਗੀ ਆ, ਲੇਕਿਨ ਇਹਦੇ ਨਾਲ ਕੀ ਹੁੰਦਾ ਵੀ ਡੋਜ਼, ਕਿਸੇ ਨੂੰ ਘੱਟ ਡੋਜ਼ ਦੀ ਜ਼ਰੂਰਤ ਹੈ ਉਹਦੀ ਡੋਜ਼ ਘਟਾ ਦਈਏ, ਜਿਹਨੂੰ ਜ਼ਿਆਦਾ ਜ਼ਰੂਰਤ ਹੈਗੀ ਆ, ਜ਼ਿਆਦਾ ਵੀਕਨੈਸ ਆ, ਉਹਦੀ ਆਪਾਂ ਡੋਜ਼ ਵਧਾ ਸਕਦੇ ਹਾਂ। ਇਹਦੇ ਨਾਲ ਸਰ ਇਹ ਕੈਪਸੂਲ ਜਿਹੜੇ ਹੈਗੇ ਆ ਅਸੀਂ ਦਿੰਦੇ ਹੈਗੇ ਆ, ਇਹ ਪ੍ਰੋਬਲਮ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਜੀ ਇਹ ਕੈਪਸੂਲ ਦਿੱਤੇ ਜਾਂਦੇ ਆ। ਔਰ ਇਹ ਕੈਪਸੂਲ ਜਿਹੜੇ ਆ ਇਹ ਸਾਡੀਆਂ ਨਸਾਂ ਦਾ ਢਿੱਲਾਪਨ ਵੀ ਦੂਰ ਕਰਦੇ ਆ, ਸਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਇਹਨੇ ਬਿਲਕੁਲ ਸਾਡੇ ਸਰੀਰ ਦੇ ਵਿੱਚ ਉਹਨੂੰ ਨੋਰਮਲ ਕਰ ਦੇਣਾ ਹੈਗਾ ਆ, ਤੇ ਇਹਨੇ ਸਾਨੂੰ ਅੰਦਰੂਨੀ ਤੌਰ 'ਤੇ ਤਾਕਤ ਵੀ ਦੇਣੀ ਆ, ਕਿਉਂਕਿ ਜੇ ਆਪਾਂ ਅੰਦਰੂਨੀ ਤੌਰ 'ਤੇ ਤਾਕਤਵਰ ਹੋਵਾਂਗੇ ਤਾਂ ਹੀ ਆਪਾਂ ਵਿਆਹੁਤਾ ਜੀਵਨ ਦਾ ਆਨੰਦ ਜਿਹੜਾ ਹੈਗਾ ਆ ਉਹ ਮਾਣ ਸਕਦੇ ਹਾਂ ਸਰ। ਇਸ ਤੋਂ ਇਲਾਵਾ ਇਹ ਜਿਹੜੀ ਦੁੱਧ 'ਚ ਪਾ ਕੇ ਪੀਣ ਨੂੰ ਦਵਾਈ ਦਿੰਦੇ ਹੈਗੇ ਆ, ਜਿਹਨੇ ਸਾਡੀ ਉਤੇਜਨਾ ਵੀ ਵਧਾਉਣੀ ਹੁੰਦੀ ਆ, ਔਰ ਨਸਾਂ ਦੇ ਢਿੱਲੇਪਨ ਦੇ ਲਈ ਇਹ ਜਿਹੜਾ ਹੈਗਾ ਆ ਇਹ ਮਲ ਤੇਲ ਜਿਹੜਾ ਤਿਆਰ ਕੀਤਾ ਹੋਇਆ ਅਸੀਂ, ਜਿਹੜਾ ਸ਼ਾਸਤਰਾਂ ਦੇ ਅਕੋਰਡਿੰਗ ਮਲ ਤੇਲ ਨਸਾਂ ਦੇ ਢਿੱਲੇਪਨ ਦੇ ਲਈ ਜਿਹੜਾ ਹੈਗਾ ਆ ਉਹ ਬੈਸਟ ਮੰਨਿਆ ਜਾਂਦਾ, ਉਹ ਤਿਆਰ ਕੀਤਾ ਹੋਇਆ। ਮੰਨ ਲਓ ਹਰ ਪ੍ਰਕਾਰ ਦੀ ਦਵਾਈ ਅਸੀਂ ਤਿਆਰ ਕੀਤੀ ਹੋਈ ਆ। ਉਹ ਲੋਕ ਜਿਨ੍ਹਾਂ ਦੇ ਵਿਆਹ ਨੂੰ 8-8 10-10 ਸਾਲ ਹੋ ਗਏ ਔਰ ਸਪਰਮ ਘੱਟ ਹੋਣ ਦੇ ਕਾਰਨ ਜਾਂ ਨਿਲ ਹੋਣ ਦੇ ਕਾਰਨ ਉਹਨਾਂ ਦੇ ਘਰ ਵਿੱਚ ਅਜੇ ਤੱਕ ਬੱਚੇ ਦੀ ਕਿਲਕਾਰੀ ਨਹੀਂ ਗੂੰਜੀ ਹੈ, ਕੁਦਰਤ ਨੇ ਅਗਰ ਕਿਰਪਾ ਕੀਤੀ ਇਸ ਦਵਾਈ ਦੇ ਨਾਲ, ਉਸ ਬੰਦੇ ਦੀ ਆਪਾਂ ਖੁਰਾਕ ਜਦੋਂ ਚੇਂਜ ਕਰਨੀ, ਉਹਦੀ ਦਿਨਚਰਿਆ ਚੇਂਜ ਕਰਦੇ ਹਾਂ ਤਾਂ ਸਪਰਮ ਵੱਧ ਕੇ ਉਹਨਾਂ ਨੂੰ ਇਸ ਲੈਵਲ ਤੱਕ ਲੈ ਜਾਵਾਂਗੇ ਕਿ ਉਹ ਘਰ ਦੇ ਵਿੱਚ ਬੱਚਾ ਜਿਹੜਾ ਹੈਗਾ ਹੈ ਉਹਨਾਂ ਦੇ ਜਨਮ ਲੈ ਸਕਦਾ ਹੈ, ਧੀ ਪੁੱਤ ਉਹਦੀ ਜਿਹੜੀ ਕਿਲਕਾਰੀ ਆ ਉਹ ਵਿਹੜੇ ਦੇ ਵਿੱਚ ਗੂੰਜ ਸਕਦੀ ਆ। ਜਿਹੜੇ ਲੋਕ ਗਲਤ ਖੁਰਾਕਾਂ ਖਾ ਕੇ ਲੋਹੇ ਨਾਲ ਮੱਥਾ ਮਾਰਦੇ ਜਿਨ੍ਹਾਂ ਨੇ ਆਪਣੇ ਟੈਸਟੋਸਟੇਰੋਨ ਮਰਦਾਨਗੀ ਵਾਲੇ ਹਾਰਮੋਨਸ ਜਿਹੜੇ ਹੈਗੇ ਉਹਨਾਂ ਦਾ ਲੈਵਲ ਡੈਡ ਕਰ ਲਿਆ ਆ, ਉਹਨਾਂ ਨੂੰ ਅਸੀਂ ਵਧਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ, ਅਤੇ ਨੋਰਮਲ ਜਿਹੜੀ ਮਰਦਾਨਾ ਕਮਜ਼ੋਰੀ ਆਉਂਦੀ ਹੈਗੀ ਆ ਉਹਨਾਂ ਨੂੰ ਅਸੀਂ ਖ਼ਤਮ ਕਰਨ ਦੇ ਵਿੱਚ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ। ਔਰ ਸਾਡੀਆਂ ਦਵਾਈਆਂ ਜਿਹੜੀਆਂ ਆ ਇਹ ਪਿਓਰਲੀ ਆਯੁਰਵੈਦਿਕ ਦਵਾਈਆਂ ਹੁੰਦੀਆਂ, ਬਿਨਾਂ ਕਿਸੇ ਕੈਮੀਕਲ ਤੋਂ ਹੁੰਦੀਆਂ ਹੈਗੀਆਂ। ਅਸੀਂ ਇਹਦੀ 100% ਸ਼ੋਰਟੀ ਲੈਂਦੇ ਹਾਂ ਵੀ ਤੁਸੀਂ ਦੁਨੀਆ ਦੀ ਕਿਸੇ ਵੀ ਲੈਬ ਤੋਂ ਜਾ ਕੇ ਇਹਨਾਂ ਦਾ ਟੈਸਟ ਕਰਵਾ ਲਓ, ਇਹਦੇ ਵਿੱਚ ਜੇ 1% ਵੀ ਕੈਮੀਕਲ ਨਿਕਲੇ ਤਾਂ ਅਸੀਂ ਲੱਖ ਰੁਪਈਆ ਇਨਾਮ ਰੱਖਿਆ ਹੋਇਆ, ਕਿਉਂਕਿ ਅਸੀਂ ਦਵਾਈਆਂ ਖੁਦ ਤਿਆਰ ਕਰਦੇ ਹਾਂ, ਕਿਸੇ ਤੋਂ ਖਰੀਦਦੇ ਨਹੀਂ ਹੈਗੇ। ਇਸ ਕਰਕੇ ਸਾਨੂੰ ਸਾਡੀਆਂ ਦਵਾਈਆਂ ਦੇ ਉੱਤੇ ਪੂਰਨ ਤੌਰ 'ਤੇ ਭਰੋਸਾ ਹੈ ਜੀ। ਸਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕੀਮਤ ਦੀ, ਕਿ ਇੱਕ ਮੋਟਾ ਐਸਟੀਮੇਟ ਦੱਸ ਦਿਓ ਕਿ ਜੇਕਰ ਕੋਈ ਮੈਡੀਸਿਨ ਲੈਣਾ ਚਾਹੁੰਦਾ ਵਾ ਉਹਦਾ ਖਰਚਾ ਇੰਨੇ ਤੋਂ ਇੰਨੇ ਦੇ ਵਿੱਚ ਆ ਜਾਊਗਾ ਕਿ ਅਗਲੇ ਨੂੰ ਪਤਾ ਲੱਗ ਸਕੇ। ਦੇਖੋ ਜਿਹੜੀ ਤਾਂ ਇੱਕ ਨੋਰਮਲ ਕਿੱਟ ਹੁੰਦੀ ਹੈਗੀ ਆ ਜੀ, ਹੈ ਨਾ, ਨੋਰਮਲ ਤੋਂ ਭਾਵ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਨਹੀਂ ਹੈਗੀ, ਉਹ ਲੋਕ ਜਿਹੜੇ ਹੈਗੇ ਆ
ਇਹ ਦਵਾਈ ਇਹਨੂੰ ਆਪਾਂ ਜਿਹੜੀ 1 ਮਹੀਨੇ ਦੀ ਦਵਾਈ ਦਿੰਨੇ ਆ ਉਹ ਲਗਭਗ 3000 ਰੁਪਏ ਦੀ ਹੁੰਦੀ ਆ। ਬਹੁਤ ਜ਼ਿਆਦਾ ਕੀਮਤ ਨਹੀਂ ਅਸੀਂ ਰੱਖੀਓ ਵੀ ਐਦਾਂ ਹੋ ਗਿਆ ਵੀ ਇੰਨੀ ਮਹਿੰਗੀ ਦਵਾਈ ਆ ਵੀ ਬੰਦਾ ਨਾਮ ਸੁਣ ਕੇ ਸੋਚੇ ਵੀ ਕੋਈ ਗੱਲ ਨਹੀਂ ਜੀ ਅਸੀਂ ਕੋਈ ਹੋਰ ਚੀਜ਼ ਵਰਤ ਸਕਦੇ ਹਾਂ। ਕੋਈ ਜਿਹੜੀ 30-40 ਰੁਪਏ ਦੀ ਗੋਲੀ ਆਉਂਦੀ ਆ ਵੀ ਆਪਾਂ ਉਹਨਾਂ ਕੰਮ ਸਾਰ ਸਕਦੇ ਹਾਂ ਜਿਹਨੇ ਸਾਡਾ ਹੋਰ ਵੀ ਸੱਤਿਆਨਾਸ਼ ਕਰਨਾ ਹੁੰਦਾ। ਲੇਕਿਨ ਅਸੀਂ ਪੋਕਟ ਫਰੈਂਡਲੀ ਵੀ ਹੈਗੇ ਹਾਂ। 3000 ਦੀ ਨੋਰਮਲ ਕਿੱਟ ਹੈ ਜੀ ਸਾਡੀ, ਅਤੇ ਜਿਨ੍ਹਾਂ ਬੰਦਿਆਂ ਨੂੰ ਥੋੜ੍ਹੀ ਜਿਹੀ ਵੱਧ ਕਮਜ਼ੋਰੀ ਹੈਗੀ ਆ ਉਹਨਾਂ ਦੇ ਲਈ ਅਸੀਂ ਐਡਵਾਂਸ ਕਿੱਟ ਤਿਆਰ ਕੀਤੀ ਹੈਗੀ ਆ। ਉਹਦੀ ਕੀਮਤ 5000 ਰੁਪਈਆ ਹੁੰਦੀ ਆ। ਅਤੇ ਜੇ ਕੋਈ ਬਹੁਤ ਜ਼ਿਆਦਾ ਜਿਹਨੂੰ ਵੀਕਨੈਸ ਹੈਗੀ ਆ ਅਤੇ ਜਿਹੜੇ ਲੋਕ ਜਾਂ ਕਿਸੇ ਬਿਮਾਰੀ ਦੇ ਕਾਰਨ ਜਾਂ ਉਮਰ ਵੱਧ ਰਹੀ ਹੈਗੀ ਆ, ਅਗਰ ਉਹ ਸਪੈਸ਼ਲ ਸਾਡੇ ਕੋਲੋਂ ਕੋਈ ਨੁਸਖਾ ਤਿਆਰ ਕਰਵਾਉਣਾ ਚਾਹੁੰਦੇ ਆ ਜਿਹੜੀਆਂ ਉਹਦੇ ਵਿੱਚ ਸਵਰਨ ਭਸਮ, ਹੀਰਾ ਭਸਮ, ਚਾਂਦੀ ਭਸਮ ਇੱਦਾਂ ਦੀਆਂ ਭਸਮਾਂ ਪਾ ਕੇ ਅਗਰ ਤਿਆਰ ਕਰਵਾਉਣਾ ਚਾਹੁੰਦੇ ਆ, ਉਹ ਫਿਰ ਉਹ ਮੌਕੇ 'ਤੇ ਆਵੇ ਬੰਦਾ ਜਿਹੜਾ ਹੈਗਾ ਆ ਕਿਸ ਤਰੀਕੇ ਦੇ ਨਾਲ ਉਹ ਦਵਾਈ ਜਿਹੜੀ ਹੈਗੀ ਆ ਉਹ ਤਿਆਰ ਕਰਵਾਉਣੀ ਚਾਹੁੰਦਾ। ਸਰ ਇਸ ਤੋਂ ਇਲਾਵਾ ਪ੍ਰੋਪਰ ਐਡਰੈਸ ਦੱਸ ਦਿਓ ਕਿ ਜੇਕਰ ਇੱਥੇ ਪਹੁੰਚ ਕੇ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ, ਆਪਣੀ ਸਮੱਸਿਆ ਦੱਸ ਕੇ ਮੈਡੀਸਿਨ ਲੈਣਾ ਚਾਹੁੰਦਾ, ਇੱਥੇ ਪਹੁੰਚ ਕੇ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ। ਜੇ ਕੋਈ ਇੱਥੇ ਨਹੀਂ ਪਹੁੰਚ ਸਕਦਾ, ਕੋਈ ਦੂਰ ਬੈਠਾ ਵਾ, ਕੋਈ ਫ਼ੋਨ ਨੰਬਰ ਦੱਸ ਦਿਓ ਜਿਹਦੇ 'ਤੇ ਅਗਲਾ ਸੰਪਰਕ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕੇ। ਦੇਖੋ ਸਰ, ਸਾਡਾ ਜਿਹੜਾ ਐਡਰੈਸ ਆ ਜੀ ਗ੍ਰੇਟ ਪਾਥ ਆਯੁਰਵੇਦਾ, ਫਗਵਾੜਾ ਸ਼ਹਿਰ ਮੇਨ, ਜਿਹੜਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਾਲਾ ਜਿਹੜਾ ਮੇਨ ਹਾਈਵੇ ਹੈਗਾ ਆ, ਨੈਸ਼ਨਲ 1 ਹਾਈਵੇ ਆ ਜਿਹੜਾ, ਉਹਦੇ ਉੱਤੇ ਅਸੀਂ ਬੈਠੇ ਹਾਂ। ਦਿੱਲੀ ਤੋਂ ਅੰਮ੍ਰਿਤਸਰ ਵਾਲਾ, ਲੁਧਿਆਣੇ ਔਰ ਜਲੰਧਰ ਦੇ ਵਿਚਕਾਰ ਇਹ ਸ਼ਹਿਰ ਪੈਂਦਾ ਫਗਵਾੜਾ। ਫਗਵਾੜੇ ਦੇ ਵਿੱਚ ਇੱਕ ਖੇੜਾ ਰੋਡ ਹੈ ਜੀ, ਬੱਸ ਸਟੈਂਡ ਤੋਂ 5 ਮਿੰਟ ਦੀ ਦੂਰੀ 'ਤੇ ਆ। ਅਗਰ ਅਸੀਂ ਪੈਦਲ ਆਉਂਦੇ ਹਾਂ ਮੇਨ ਰੋਡ ਤੋਂ ਸਰ 2 ਰਾਸਤੇ ਨਿਕਲਦੇ ਆ, ਇੱਕ ਰੇਲਵੇ ਸਟੇਸ਼ਨ ਨੂੰ ਜਾਂਦਾ, ਇੱਕ ਉਹਦੇ ਬਿਲਕੁਲ ਨਾਲ ਵਾਲਾ ਰਸਤਾ ਹੈ ਜੀ ਖੇੜਾ ਰੋਡ। ਤੁਸੀਂ ਕਿਸੇ ਨੂੰ ਪੁੱਛ ਕੇ ਆ ਸਕਦੇ ਹੋ। ਗਿਣਤੀ ਦੀਆਂ 25 ਦੁਕਾਨਾਂ ਛੱਡ ਕੇ 26ਵਾਂ ਸਾਡਾ ਆਯੁਰਵੈਦਿਕ ਸੈਂਟਰ ਹੈ ਗ੍ਰੇਟ ਪਾਥ ਆਯੁਰਵੇਦਾ, ਸਮੀਰ ਮਾਰਕੀਟ, ਖੇੜਾ ਰੋਡ, ਫਗਵਾੜਾ, ਨੇੜੇ ਗੁਰਦੁਆਰਾ ਗੁਰੂ ਰਾਮਦਾਸ ਜੀ। ਮੇਨ ਰੋਡ 'ਤੇ ਹੈਗੇ ਆ ਜੀ ਅਸੀਂ, ਖੇੜਾ ਰੋਡ 'ਤੇ। ਸੋ ਸਾਡੇ ਜਿਹੜੇ ਸੰਪਰਕ ਨੰਬਰ ਹੈਗੇ ਆ ਜੀ 70870 76592 95 786 98000। ਸੋ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਸਰ। 7 ਦਿਨ ਸਾਡਾ ਜਿਹੜਾ ਇਹ ਗ੍ਰੇਟ ਪਾਥ ਆਯੁਰਵੈਦਿਕ ਸੈਂਟਰ ਹੈਗਾ ਇਹ ਖੁੱਲ੍ਹਾ ਰਹਿੰਦਾ ਹੈ ਜੀ, ਕੋਈ ਛੁੱਟੀ ਨਹੀਂ ਹੁੰਦੀ। ਤੁਸੀਂ ਕਿਸੇ ਵੀ ਦਿਨ ਆ ਸਕਦੇ ਹੋ, ਸਵੇਰੇ 9 ਤੋਂ ਸ਼ਾਮ 5:30 ਵਜੇ ਦੇ ਦਰਮਿਆਨ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਆਪਣੀ ਜੇ ਤੁਸੀਂ ਕੋਈ ਟੈਸਟ ਵਗੈਰਾ ਕਰਵਾਏ ਆ ਨਾ, WhatsApp ਨੰਬਰ ਵੀ ਨਾਲ ਹੀ ਹੈਗੇ ਹੀ ਚੱਲਦੇ ਆ, ਤੁਸੀਂ ਸਾਨੂੰ ਆਪਣੀ ਰਿਪੋਰਟ ਸੈਂਡ ਕਰ ਸਕਦੇ ਹੋ। ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਸਾਡੇ ਕੋਲ ਆ ਸਕਦੇ ਹੋ। ਅਸੀਂ ਤੁਹਾਡੀ ਪ੍ਰੋਬਲਮ ਨੂੰ 100% ਖਤਮ ਕਰਨ ਦਾ ਜਿਹੜਾ ਹੈਗਾ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ, ਪਿਓਰਲੀ ਆਯੁਰਵੈਦਿਕ ਦਵਾਈਆਂ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਹੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਜਿਹੜੇ ਵੀ ਸਾਡੇ ਵੀਰ ਸਾਡੀ ਇਸ ਇੰਟਰਵਿਊ ਨੂੰ ਵੇਖ ਰਿਹਾ, ਜੇਕਰ ਤੁਸੀਂ ਜਿਸ ਤਰ੍ਹਾਂ ਕਿ ਵੈਦ ਸਾਹਿਬ ਨੇ ਜਿਹੜੀਆਂ ਸਮੱਸਿਆਵਾਂ ਦੱਸੀਆਂ ਵਾ, ਜੇਕਰ ਤੁਸੀਂ ਕਿਸੇ ਵੀ ਸਮੱਸਿਆ ਦੇ ਨਾਲ ਪੀੜਤ ਹੋ ਤੇ ਫਿਰ ਤੁਸੀਂ ਜਿਹੜੇ ਹੇਠਾਂ ਸਾਡੇ ਨੰਬਰ ਚੱਲ ਰਹੇ ਆ ਉਹਨਾਂ ਤੇ ਸੰਪਰਕ ਕਰ ਸਕਦੇ ਜੇ, ਵੈਦ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਜੇ। ਐਡਰੈਸ ਵੀ ਮੈਂਸ਼ਨ ਆ, ਜੇਕਰ ਇੱਥੇ ਪਹੁੰਚਣਾ ਚਾਹੁੰਦੇ ਜੇ ਤੁਸੀਂ ਪਹੁੰਚ ਕੇ ਗੱਲਬਾਤ ਕਰ ਸਕਦੇ ਜੇ। ਗੁਪਤ ਰੂਪ ਦੇ ਵਿੱਚ ਤੁਸੀਂ ਜੇ ਮੈਡੀਸਿਨ ਲੈਣਾ ਚਾਹੁੰਦੇ ਜੇ ਤੁਸੀਂ ਫੋਨ ਤੇ ਸੰਪਰਕ ਕਰਕੇ ਲੈ ਸਕਦੇ ਜੇ। ਸੋ ਅਸੀਂ ਤੇ ਇਹੀ ਕਵਾਂਗੇ ਕਿ ਜੇਕਰ ਕਿਸੇ ਵੀ ਸਮੱਸਿਆ ਦੇ ਨਾਲ ਤੁਸੀਂ ਪੀੜਤ ਹੋ ਤੇ ਆਯੁਰਵੇਦ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਕਿ ਹਰ ਇੱਕ ਸਮੱਸਿਆ ਦਾ ਹੱਲ ਆ, ਤੇ ਤੁਹਾਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇੱਕ ਵਾਰ ਵੈਦ ਸਾਹਿਬ ਦੇ ਨਾਲ ਸੰਪਰਕ ਜ਼ਰੂਰ ਕਰੋ। ਜੇਕਰ ਕਿਸੇ ਸਮੱਸਿਆ ਦੇ ਨਾਲ ਪੀੜਤ ਹੋ ਤੇ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਊਗਾ, ਤੁਹਾਨੂੰ ਪ੍ਰੋਪਰ ਡਾਈਟ ਪਲਾਨ ਦਿੱਤਾ ਜਾਊਗਾ, ਪ੍ਰੋਪਰ ਮੈਡੀਸਿਨ ਦਿੱਤੀ ਜਾਊਗੀ। ਸੋ ਅੱਜ ਦੇ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ ਜੀ।